महाराज शेर सिंह विष्णु भगवान दी जय। सोहंग 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 महाराज शेर सिंह विष्णु भगवान दी जय। परमेश्वर के दसे हुए निज़म, दसे हुए असूल गुरसिख वीरां ने बड़े विस्तार नाल दसे ने। जो हुक्म है उस नूं मनना गुरसिखां दा फर्ज है। परमेश्वर ने हर बाणी के रूप में किस तरह भगतां ते किरपा की ते गुरसिख दा एक ऐसे रूप दे विच परमेश्वर के चरणों का धारनी होना इस समय विच एक बहुत बड़ी गल है। हर संगत दे निज़म हजूर शहनशाह जी ने हजूर शहनशाह की पवित्र रसना द्वारा उच्चारण किए। सत धर्म सतयुग की तारा हर संगत दे निज़म 9 जनवरी 1971 तो लागू हुए। परमेश्वर के दसे हुए 33 असूल ने ते जिन्हां नूं अपनाउणा अज सर्व हर संगत का फर्ज बनदा। निर्गुण जोत अकाल पुरख दा ही केवल इष्ट मनना। किसती ओट रखनी एक अकाल पुरख। इको ओट पुरख अकाल दूजी आसना कोई रखाइया। जद आवा 994 चौकड़ी जुग पिछों सोहंग महाराज शेर से विष्णु भगवान की जय। मेरा होवे जयकार। परमेश्वर ने कहा मैं जद कदों आऊँगा 994 चौकड़ी जुग तो बाद मैं मात लोक दे विच अपनी फेरी पाऊँ। फिर इसे तरह ही मैं तुहानूं अपने भगत बनावांगा। मेरा होवे जयकार दूजा इष्ट ना कोई मना। यही जयकारा सोहंग महाराज शेर से विष्णु भगवान की जय का 994 चौकड़ी युग तो बाद फिर भगतां की झोली दे विच परमेश्वर आप रखे। सतगुर केवल शब्द नूं मनना। जिस शरीर विच प्रगट होवे उस शरीर का सत्कार कर। शब्द गुरु चले सद नाल निर्गुण सरगुण विछड़ कदे ना जाए। क्योंकि परमेश्वर की है निर्गुण ते सरगुण तार दा मालक खुद आप है। उस तार नूं मुखातब करन वास्ते सस्से उपर लाया होड़ा निर्गुण सरगुण रंग रंगाई। मैं सस्से ते होड़ा ही इस करके लाया कि आपे मैं निर्गुण हाँ ते आपे ही सरगुण है। इस दे विच कोई शक की गुंजाइश नहीं। निर्गुण रूप निर्वैर है। सरगुण स्वरूप सतगुर पूरा विच मात हाजर हजूर है। जिन्ना चिर परमेश्वर अपने सत स्वरूप
ਮਾਤ ਲੋਕ ਦੇ ਵਿੱਚ ਹਾਜ਼ਰ ਨਹੀਂ ਕਰਦੇ, ਹਜ਼ੂਰ ਬਣ ਕੇ ਆਪਣੇ ਖੇਲ ਨਹੀਂ ਕਰਦੇ, ਹਾਜ਼ਰ ਹਜ਼ੂਰ ਹੋ ਕੇ ਆਪਣੀ ਨਵੇਕਲੀ ਨਹੀਂ ਖੇਲ ਕਰਦੇ। ਸਰਬ ਹਰ ਸੰਗਤ ਜੀ, ਉਹਨਾਂ 'ਚ ਕੋਈ ਲੈਣਾ ਦੇਣਾ ਕਿਸੇ ਦਾ ਦਿੱਤਾ ਜਾ ਸਕਦਾ ਨਹੀਂ ਸੀ, ਨਾ ਲੈਣਾ ਦੇਣਾ ਦਿੱਤਾ ਜਾ ਸਕਦਾ ਸੀ, ਨਾ ਹੀ ਭਗਤਾਂ ਨੂੰ ਮਾਤ ਲੋਕ ਦੇ ਵਿੱਚ ਇੱਕ ਭਗਤ ਦਾ ਦਰਜਾ ਦਿੱਤਾ ਜਾ ਸਕਦਾ। ਨਿਰਗੁਣ ਰੂਪ ਨਿਰਵੈਰ ਹੈ, ਸਰਗੁਣ ਸਰੂਪ ਸਤਗੁਰ ਪੂਰਾ, ਵਿੱਚ ਮਾਤ ਹਾਜ਼ਰ ਹਜ਼ੂਰ ਹੈ। ਪਰਮੇਸ਼ਵਰ ਨੇ ਕਿਸ ਤਰ੍ਹਾਂ ਖੇਲ ਕੀਤੀ? ਹਾਜ਼ਰ ਹਜ਼ੂਰ ਹੋ ਕੇ ਆਪਣੇ ਸੱਤ ਸਿੰਘਾਸਨ ਤੇ ਬੈਠ ਕੇ ਭਗਤਾਂ ਨੇ ਖੁੱਲੀ ਅੱਖ ਵੇਖਿਆ ਭਗਵਾਨ ਭਗਤ ਖੁਸ਼ੀ ਮਨਾਏਗਾ। ਭਗਤਾਂ ਨੇ ਆਪਣੀਆਂ ਖੁੱਲੀਆਂ ਅੱਖਾਂ ਨਾਲ ਆਪਣੇ ਪਰਮੇਸ਼ਵਰ ਨੂੰ ਸਾਖਾਤ ਦੇਖਿਆ। ਕਿਉਂ? ਜੋ ਭਗਤ ਉਹ ਕੀ ਚਾਹੁੰਦਾ ਹੈ? ਭਗਤ ਨੂੰ ਤਾਂ ਕੁਛ ਆਸ ਹੈ ਨਾ, ਜਿੰਨਾ ਚਿਰ ਦਰਸ਼ਨ ਨਾ ਕਰੀਏ ਅੱਖੀ, ਕਥਾ ਸੁਣ ਕੇ ਮਨ ਨਾ ਕੋਈ ਪਰਚਾਈਆ। ਕਿੰਨੀ ਵੀ ਕਥਾ ਕਰੀ ਜਾਓ, ਜਿੰਨਾ ਚਿਰ ਪਰਮਾਤਮਾ ਦਾ ਦਰਸ਼ਨ ਨਹੀਂ ਕਰਦੇ ਉਹਨਾਂ ਚਿਰ ਸਰਬ ਹਰ ਸੰਗਤ ਜੀ ਸਾਡਾ ਪਾਰ ਤਾਰਾ ਹੁੰਦਾ ਹੀ ਨਹੀਂ। ਇਹੀ ਫਰਕ ਹੈ ਕਿ ਪਰਮੇਸ਼ਰ ਮਾਤ ਲੋਕ ਵਿੱਚ ਆਏ, ਆ ਕੇ ਹਾਜ਼ਰ ਹਜ਼ੂਰ ਹੋ ਕੇ ਜੋਤ ਸਰੂਪ ਹੋ ਕੇ ਸ਼ਬਦ ਦੀ ਤਾਰ ਦੇ ਨਾਲ ਜੋਤੀ ਜਾਤਾ ਹੋ ਕੇ ਪੁਰਖ ਦਾਤਾ ਹੋ ਕੇ ਨੂਰ ਨਰਾਨਾ ਹੋ ਕੇ ਨੂਰੀ ਇਹੋ ਜਿਹੇ ਰੂਪ ਦੇ ਵਿੱਚੋਂ ਨੂਰ ਔਰ ਪ੍ਰਕਾਸ਼ ਦਾ ਚਾਰੇ ਪਾਸੇ ਚਾਨਣ ਕਰ ਦਿੱਤਾ ਕਿ ਤੁਹਾਡੀਆਂ ਆਤਮਾ ਨੂੰ ਇੱਕ ਨਵੀਂ ਅਜਿਹੀ ਰੂਹ ਦੇ ਦਿੱਤੀ ਕਿ ਗੁਰਮੁਖੋ ਮੈਂ ਤੁਹਾਡਾ ਪਰਮਾਤਮਾ ਤੇ ਤੁਸੀਂ ਮੇਰੀਆਂ ਆਤਮਾ। ਜਿੰਨਾ ਚਿਰ ਪਰਮਾਤਮਾ ਹਾਜ਼ਰ ਹਜ਼ੂਰ ਹੋ ਕੇ ਮਾਤ ਲੋਕ ਵਿੱਚ ਆਪਣੀ ਖੇਲ ਨਹੀਂ ਕਰਦੇ ਉਹਨਾਂ ਚਿਰ ਕਿਸੇ ਦਾ ਲੈਣਾ ਦੇਣਾ ਦਿੱਤਾ ਨਹੀਂ ਜਾ ਸਕਦਾ। ਚਾਹੇ ਉਹ ਧਰਤੀ ਮਿੱਟੀ ਖਾਕ ਹੈ, ਚਾਹੇ ਉਹ 42 ਲੱਖ ਜੂਨੀ ਜਲ ਦੀ ਹੈ, 42 ਲੱਖ ਜੂਨੀ ਥਲ ਦੀ ਹੈ, ਜਾਂ ਉਹ ਭਗਤਾ ਪਵਿੱਤਰ ਆਤਮਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਚਰਨਾਂ ਦੇ ਨਾਲ ਲਗਾਇਆ ਪਿਛਲੇ ਲੈਣੇ ਦੇਣੇ ਦੇ ਆਧਾਰ ਦੇ ਉੱਪਰ। ਇਹ ਪਰਮੇਸ਼ਵਰ ਨੇ ਅਜਿਹੀ ਕਿਰਪਾ ਕੀਤੀ ਕਿ ਪਰਮੇਸ਼ਵਰ ਨੇ ਆਪਣੀ ਅਗੰਮੀ ਖੇਲ ਨੂੰ ਸਾਖਾਤ ਅਜਿਹੇ ਰੂਪ ਵਿੱਚ ਕੀਤਾ। ਆਮੋ ਸਾਹਮਣੇ ਬੈਠ ਕੇ ਭਗਤ ਤੇ ਭਗਵਾਨ ਦੀ ਖੇਲ ਕਿੱਦਾਂ ਹੋਈ? ਆਮੋ ਸਾਹਮਣੇ ਸਿੰਘਾਸਨ ਤੇ ਬਿਰਾਜਮਾਨ ਪਰਮੇਸ਼ਵਰ ਤੇ ਉਸ ਦੇ ਭਗਤ ਸਾਹਮਣੇ। ਉਸ ਵਕਤ ਭਿੰਨੜੀ ਰਹਿਣ ਨੇ ਕੀ ਕਹਿ ਦਿੱਤਾ ਕਿ ਅੱਜ ਮੈਂ ਭਿੰਨੜੀ ਰਹਿਣ ਬਣ ਗਈ ਹਾਂ, ਮੈਂ ਉਹ ਰਾਤ ਨਹੀਂ ਰਹੀ, ਮੈਂ ਭਿੰਨੜੀ ਰਹਿਣ ਬਣੀ ਹਾਂ ਕਿ ਭਗਵਾਨ ਭਗਤਾਂ ਦੇ ਸਾਹਮਣੇ ਸਾਖਾਤ ਸੱਚ ਸਿੰਘਾਸਨ ਤੇ ਬਿਰਾਜਮਾਨ ਹੈ। ਤੇ ਜੇਕਰ ਪਰਮਾਤਮਾ ਆਪਣੇ ਸੱਚ ਸਰੂਪ ਨੂੰ ਮਾਤ ਲੋਕ ਵਿੱਚ ਅਗੰਮੀ ਬਲ ਨੂੰ ਮੁਖਾਤਬ ਨਹੀਂ ਕਰਦੇ ਤੇ ਸਿੰਘਾਸਨ ਤੇ ਨਹੀਂ ਕੋਈ ਨਿਰਗੁਣ ਦਾ ਪ੍ਰਕਾਸ਼ ਕੋਈ ਸਿੰਘਾਸਨ ਦੇ ਉੱਪਰ ਦੇਖ ਸਕਦਾ ਨਹੀਂ ਸੀ। ਇਹੀ ਪਰਮਾਤਮਾ ਨਿਰਗੁਣ ਹੈ, ਇਹੀ ਸਰਗੁਣ ਹੈ, ਇਹੀ ਪ੍ਰਕਾਸ਼ਵਾਨ ਹੈ ਜਿਸ ਨੇ ਆਪਣਾ ਪ੍ਰਕਾਸ਼ ਤੁਹਾਡੀਆਂ ਅੰਤਰ ਆਤਮਾ ਦੇ ਵਿੱਚ ਰੱਖ ਕੇ ਤੁਹਾਨੂੰ ਜਾਗਰਤ ਰੂਪ ਦੇ ਵਿੱਚ ਇੱਕ ਅਜਿਹਾ ਮਾਤ ਲੋਕ ਦੇ ਵਿੱਚ ਖੇਲ ਕੀਤਾ ਕਿ ਗੁਰਮੁਖੋ ਇਹ ਉਹ ਨੂਰ ਹੈ ਜਿਹੜਾ ਮੈਂ ਅੱਜ ਤੱਕ ਕਦੀ ਕਿਸੇ ਨੂੰ ਦਿਖਾਇਆ ਨਹੀਂ ਸੀ। ਇਹ ਉਹ ਪ੍ਰਕਾਸ਼ ਹੈ ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਤਰਸਦੇ ਰਹੇ, ਮੈਂ ਕਦੀ ਇਸ ਦੀ ਇੱਕ ਕਿਰਨ ਕਦੀ ਕਿਸੇ ਨੂੰ ਦਿਖਾਈ ਨਹੀਂ। ਇਹ ਉਹ ਜੋਤੀ ਜਾਤਾ ਹੋ ਕੇ ਅਜਿਹੇ ਰੂਪ ਵਿੱਚ ਡਗਮਗਾਇਆ ਜਿਸ ਦਾ ਮੈਂ ਅੱਜ ਤੱਕ ਉਹ ਨੂਰ ਉਹ ਪ੍ਰਕਾਸ਼ਵਾਨ ਹੋ ਕੇ ਮੈਂ ਕਦੀ ਕਿਸੇ ਨੂੰ ਦਿਖਾਇਆ ਨਹੀਂ ਸੀ। ਹਜ਼ਾਰਾਂ ਲੋਕ ਕੋਟਨ ਕੋਟ ਲੋਕ ਭਗਤੀ ਸਿਮਰਨ ਪੂਜਾ ਪਾਠ ਕਰਕੇ ਸੰਸਾਰ ਦੇ ਵਿੱਚੋਂ ਚਲੇ ਗਏ, ਪਰ ਨਾ ਤੇ ਕਿਸੇ ਨੂੰ ਇਹ ਪ੍ਰਕਾਸ਼ ਦਿਸਿਆ ਤੇ ਨਾ ਹੀ ਪ੍ਰਭੂ ਦਾ ਕਿਸੇ ਨੂੰ ਦਰਸ਼ਨ ਆਮੋ ਸਾਹਮਣੇ ਹੋਇਆ। ਇਹ ਧੰਨ ਭਾਗ ਨੇ ਤੁਹਾਡੇ ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਦਰਸ਼ਨ ਸਾਖਾਤ ਕੀਤੇ, ਕਿਉਂਕਿ ਜਦੋਂ ਅਸੀਂ ਪ੍ਰਭੂ ਦਾ ਦਰਸ਼ਨ ਸਾਖਾਤ ਕਰਦੇ ਹਾਂ ਤੇ ਸਾਡੇ ਕੋਟ ਜਨਮ ਦੇ ਪਾਪ ਜਿਹੜੇ ਉਹ ਖਤਮ ਹੋ ਜਾਂਦੇ ਨੇ। ਸਾਡੇ ਮਨ ਦੀਆਂ ਉਹ ਇੱਛਾਵਾਂ ਜੋ ਕਿ ਪਰਮੇਸ਼ਵਰ ਨੇ ਕਿਹਾ ਕਿ ਗੁਰਮੁਖੋ
ਤੁਹਾਨੂੰ ਭਗਤੀ ਸਿਮਰਨ ਪੂਜਾ ਪਾਠ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇੱਕ ਝਲਕ ਪਲਕ ਲਈ ਮੇਰਾ ਦਰਸ਼ਨ ਕਰ ਲਓ ਤੇ ਮੈਂ ਤੁਹਾਡੇ ਲੈਣੇ ਦੇਣੇ ਪੂਰੇ ਕਰਕੇ ਰੱਖ ਦਿੰਦਾ ਹਾਂ। ਕਿ ਪ੍ਰਭੂ ਦੀ ਏਡੀ ਵੱਡੀ ਵਡਿਆਈ ਹੈ, ਉਸ ਵਡਿਆਈ ਨੂੰ ਅੱਜ ਅਸੀਂ ਸਾਂਭ ਨਹੀਂ ਸਕਦੇ। ਸਰਬਹਾਰ ਸੰਗਤ ਪਰਮਾਤਮਾ ਹੈ, ਪਰਮਾਤਮਾ ਨੇ ਆ ਕੇ ਲੈਣੇ ਦੇਣੇ ਤੁਹਾਡੇ ਦਿੱਤੇ। ਮੈਂ ਮੁਰਾਰੀਆਂ ਦਾ ਮੁਰਾਰੀ ਤੇ ਸ਼ਾਹੋ ਭੂਤ ਕੌਣ ਅਖਵਾਇਆ। ਨਿਰਗੁਣ ਸਰਗੁਣ ਸਾਚੀ ਧਾਰ, ਸਤ ਸਤਵਾਦੀ ਆਪ ਚਲਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਲੋਕ ਮਾਤੇ ਉਪਜਾਈਆ। ਮੈਂ ਆਪੇ ਨਿਰਗੁਣ ਤੇ ਆਪੇ ਸਰਗੁਣ। ਰੂਪਾਂ ਵਿੱਚੋਂ ਰੂਪ, ਪਰਮੇਸ਼ਵਰ ਦਾ ਕਿਹੜਾ ਰੂਪ ਹੈ? ਰੂਪਾਂ ਵਿੱਚੋਂ ਰੂਪ, ਸਤ ਸਰੂਪ ਮੇਰਾ ਸਾਲਮ। ਸਹੀ ਸਲਾਮਤ ਆਪ ਅਖਵਾਈਆ। ਨਿਰਗੁਣ ਸਰਗੁਣ ਬੰਨੇ ਧਾਰ, ਸਾਖਿਆਤ ਰੂਪ ਵਟਾਇਆ। ਮੈਂ ਨਿਰਗੁਣ ਸਰਗੁਣ ਹੋ ਕੇ ਤੁਹਾਡੇ ਸਾਹਮਣੇ ਸਾਖਾਤ ਰੂਪ ਵਟਾਇਆ। 28/2015। ਆਤਮਾ ਪਰਮਾਤਮਾ ਨਾਲ ਮੇਲ ਕਰਨਾ, ਸੋਹੰਗ ਅੱਖਰ ਭਗਤ ਵਿਚਾਰ, ਜਗਤ ਵਿਦਿਆ ਪੇਵਨਾ ਰਾਈਆ। ਜਗਤ ਵਿਦਿਆ ਨੂੰ ਪੇਵ ਨਹੀਂ ਆ ਹੀ ਨਹੀਂ ਸੀ ਸਕਦਾ ਸੋਹੰਗ ਅੱਖਰ ਦਾ। ਸੋਹੰਗ ਅੱਖਰ ਦਾ ਕੋਈ ਮਤਲਬ ਸਮਝ ਸਕਦਾ ਨਹੀਂ। ਜੇ ਮਤਲਬ ਸਮਝ ਲਓ ਸੋਹੰਗ ਜਾਪਦਾ, ਤੁਹਾਡਾ ਮੇਰਾ ਫਰਕ ਰਹੇ ਨਾ ਰਾਈਆ। ਪਰ ਇਸ ਮਤਲਬ ਨੂੰ ਸਮਝਣਾ ਹੀ ਕਠਿਨ ਹੈ। ਸੋਹੰਗ ਸ਼ਬਦ ਆ ਤੋਂ ਜਗਾ ਦੀ ਤਾਰ ਚਲੀ ਆ ਰਹੀ ਹੈ। ਇਸ ਦੇ ਵਿੱਚ ਆਪਣੇ ਆਪ ਨੂੰ ਸਮਾ ਲੈਣਾ, ਸੋਹੰਗ ਸ਼ਬਦ ਦੇ ਵਿੱਚ ਵਿਸਮਾਦ ਕਰ ਲੈਣਾ, ਇਹ ਬੜਾ ਕਠਿਨ ਹੈ। ਬੇਸ਼ੱਕ ਅਸੀਂ ਰਸਨਾ ਜੀਵਾ ਨਾਲ ਸੋਹੰਗ ਮਾਰੇ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਲਗਾਉਂਦੇ ਹਾਂ, ਪਰ ਪਰਮੇਸ਼ਵਰ ਨੇ ਕਿਹਾ ਗੁਰਸਿੱਖੋ, ਇਹ ਆਵਾਜ਼ ਤੁਹਾਡੀ ਅੰਤਰ ਆਤਮਾ ਚੋਂ ਨਿਕਲਣੀ ਚਾਹੀਦੀ ਹੈ। ਤੁਹਾਡੀ ਅੰਦਰ ਦੀ ਆਵਾਜ਼ ਹੈ। ਜਿਨ੍ਹਾਂ ਦੇ ਅੰਦਰ ਵਸ ਗਿਆ ਹਰੇ, ਉਹਨਾਂ ਨੂੰ ਲੋੜ ਨਹੀਂ ਪਹਿਨਣ ਬਸਤਰ ਜਰੀ, ਜ਼ਰੇ ਜ਼ਰੇ ਵਿੱਚ ਆਪਣਾ ਆਪ ਸਮਝ। ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਆਪਣਾ ਵਾਸ ਕਰ ਲਿਆ, ਉਹ ਸੰਸਾਰ ਤੋਂ ਬੇਖਬਰ ਹੋ ਗਏ। ਉਹਨਾਂ ਨੂੰ ਸੰਸਾਰ ਦੇ ਨਾਲ ਕੋਈ ਲਗਾਵ ਨਹੀਂ ਰਹਿ ਗਿਆ। ਇਸ ਕਰਕੇ ਨਹੀਂ ਰਹਿ ਜਾਂਦਾ ਕਿ ਉਹਨਾਂ ਦਾ ਪਰਮਾਤਮਾ ਦੇ ਨਾਲ ਸੱਚਾ ਸਾਥ ਬਣ ਜਾਂਦਾ ਹੈ। ਸੋ ਹੈ ਪਰਮਾਤਮਾ, ਹੰਗ ਹੈ ਆਤਮਾ। ਸੋਹੰਗ ਆਤਮਾ ਤੇ ਪਰਮਾਤਮਾ ਦੀ ਤਾਰ ਹੈ। ਹਜੂਰ ਸ਼ਹਿਨशाह ਦੇ ਆਪਣੇ ਅਲਫਾਜ਼। ਸੋਹੰਗ ਰੂਪ ਅਪਰੇ ਪਾਰਾ, ਏਕਾ ਦੂਆ ਗੰਢ ਪੁਆਇਂਦਾ। ਪਰਮਾਤਮ ਆਤਮ ਕਹੇ, ਤੂੰ ਮੇਰਾ ਮੈਂ ਤੇਰਾ। ਸੋਹੰਗ ਰੂਪ ਵਟਾਇਆ। ਉੱਚੀ ਕੂਕ ਬੋਲੋ ਪੁਕਾਰ, ਤੂੰ ਮੇਰਾ ਮੈਂ ਤੇਰਾ। ਆਤਮ ਪਰਮਾਤਮ ਮਿਲਕੇ ਵਜੇ ਵਟਾਇਆ। ਜਾਤ ਪਾਤ ਦੀਨ ਮਜ਼ਹਬ ਦੇ ਆਧਾਰ ਤੇ ਕਿਸੇ ਕਿਰਨਾ ਨਹੀਂ ਕਰਨੀ, ਕਿਉਂਕਿ ਪਰਮੇਸ਼ਵਰ ਨੇ ਜਾਤ ਪਾਤ ਬਣਾਈ ਹੀ ਨਹੀਂ। ਇਹ ਜਾਤਾਂ ਪਾਤਾਂ ਸਾਡੀ ਸੰਸਾਰ ਦੀ ਉਹ ਸੋਚ ਹੈ ਜਿਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਪਰਮੇਸ਼ਵਰ ਨੇ ਜਾਤ ਪਾਤ ਨਹੀਂ ਰੱਖੀ, ਪਰਮੇਸ਼ਵਰ ਨੇ ਇੱਕ ਜਾਤ ਰੱਖੀ ਹੈ। ਗੁਰਮੁਖ ਮੇਰੀ ਉੱਤਮ ਜਾਤੀ, ਚਰਨ ਕਬਲ ਹਰ ਡੇਰਾ ਲਾਇਆ। ਮਿਲਿਆ ਮੇਲ ਕਮਲਾ ਪਾਤੀ, ਉੱਪਰ ਤਬਲ ਮਾਨ ਰਖਾਇਆ। ਇੱਕੋ ਜਾਤ ਰੱਖੀ ਹੈ ਗੁਰਮੁਖ ਦੀ, ਹੋਰ ਕੋਈ ਜਾਤੀ ਬਣਾਈ ਹੀ ਨਹੀਂ। ਸਤ ਯੁੱਗ ਦਾ ਸਾਚਾ ਮਾਰਗ ਲਾਉਣਾ, ਸਤ ਧਰਮ ਦੀ ਸਾਚੀ ਤਾਰ ਪ੍ਰਗਟਾਈਆ। ਦੀਨ ਮਜ਼ਹਬ ਵੰਡਣਾ ਕੋਈ ਵੰਡਾਉਣਾ, ਇੱਕੋ ਘਰ ਵਸਾਈਆ। ਸਤ ਯੁੱਗ ਦਾ ਸਾਚਾ ਮਾਰਗ ਲਾਉਣਾ, ਸੱਚ ਧਰਮ ਦੀ ਸਾਚੀ ਧਾਰ ਜਿਹੜੀ ਪਰਮੇਸ਼ਵਰ ਨੇ ਪ੍ਰਗਟ ਕਰਤੀ ਕਿ 4 ਵਰਨ 18 ਵਰਨ ਸਾਰਾ ਮੇਰਾ ਇੱਕ ਰੂਪ ਹੈ। ਮੈਂ ਕੋਈ ਕਿਸੇ ਨੂੰ ਵੱਖਰਾ ਰੱਖਿਆ ਹੀ ਨਹੀਂ। ਝੂਠ ਝੂਠ ਕੂੜ ਵਕਾਰ ਹੰਕਾਰ ਵਿਚਾਰ, ਕੁਕਰਮ ਭ੍ਰਿਸ਼ਟਾਚਾਰ ਨੂੰ ਤਿਆਗਣਾ। ਸਾਚੀ ਸਿੱਖਿਆ ਸਤਿਗੁਰ ਸੱਜਣ, ਹਰ ਹਰ ਆਪ ਜਨਾਇਂਦਾ।
ਗੁਰਮੁਖ ਤੇਰਾ ਇੱਕੋ ਮਜਨ ਗੁਰਚਰਨ ਇਸ਼ਨਾਨ ਕਰਾਏਗਾ। ਗੁਰਚਰਨਾਂ ਦੇ ਵਿੱਚ ਹੀ ਗੁਰਸਿੱਖ ਦਾ ਸੱਚਾ ਰਹਿਣ ਵਾਲਾ ਘਰ ਹੈ। ਗੜ ਹੰਕਾਰੀ ਭਾਂਡੇ ਭੱਜਣ ਨਿਮਨ ਸੋ ਅੱਖਰ ਇੱਕ ਪੜਾਏਗਾ। ਹੰਕਾਰ ਮਾਣ ਖਤਮ ਹੋ ਜਾਂਦਾ ਹੈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ। ਸਰਬ ਮਨੁੱਖ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਹਰ ਇੱਕ ਮਾਨਵ ਨਾਲ ਪਿਆਰ ਕਰਨਾ। ਜਨ ਭਗਤਾਂ ਪ੍ਰਭ ਦੇਵੇ ਮਾਣ ਅੰਤਰ ਆਸ਼ਾ ਪੂਰ ਕਰਾਈਆ। ਇੱਕ ਇੱਕ ਸਿੱਖ ਵਿੱਚ ਤੁਰਦਾ ਤਰਿਆ ਆਪ ਪਿਆਰ ਰੋਮ ਰੋਮ ਖੁਸ਼ੀ ਮਨਾਈਆ। ਮੈਂ ਇੱਕ ਇੱਕ ਸਿੱਖ ਦੇ ਵਿੱਚ ਤੁਰਦਾ ਪਿਆਰ ਰੱਖ ਦਿੱਤਾ ਹੈ। ਤੁਰਦਾ ਪਿਆਰ ਹੁੰਦਾ ਕੀ ਹੈ? ਤੁਰਦਾ ਪਿਆਰ ਉਹ ਹੁੰਦਾ ਹੈ ਜੋ ਪਰਮੇਸ਼ਰ ਵੱਲੋਂ ਮਿਲਿਆ ਹੋਵੇ। ਉਸ ਪਿਆਰ ਦੇ ਵਿੱਚ ਭਗਤ ਤੇ ਭਗਵਾਨ ਦਾ ਕਦੀ ਵਿਛੋੜਾ ਹੁੰਦਾ ਹੀ ਨਹੀਂ। ਭਗਵਾਨ ਆਪਣਿਆਂ ਭਗਤਾਂ ਦਾ ਹੁੰਦਾ ਤੇ ਭਗਤ ਆਪਣੇ ਭਗਵਾਨ ਦਾ ਹੁੰਦਾ ਹੈ। ਭਗਵਾਨ ਨੇ ਆਪਣਿਆਂ ਭਗਤਾਂ ਨੂੰ ਆਪਣਿਆਂ ਚਰਨਾਂ ਦੀ ਛੋਹ ਦਿੱਤੀ ਤੇ ਭਗਤਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਦੇ ਉੱਪਰ ਸੱਚੀ ਨਮਸਕਾਰ ਕਰਕੇ ਆਪਣੇ ਜਨਮ ਕਰਮ ਦੇ ਕਸੂਰ ਸਾਰੇ ਮਾਫ ਕਰਾ ਲਏ। ਇਹੀ ਵਡਿਆਈ ਹੁੰਦੀ ਹੈ ਸਤਿਗੁਰ ਪੂਰੇ ਦੀ ਮਾਤ ਲੋਕ ਵਿੱਚ ਕਿ ਉਹ ਕਿਸੇ ਦੇ ਗੁਣ ਅਵਗਣ ਨਹੀਂ ਵਿਚਾਰਦਾ। ਮਾਸ ਸ਼ਰਾਬ ਚਾਹ ਪੋਸਤ ਸਿਗਰਟ ਤਮਾਕੂ ਅਫੀਮ ਪਾਨ ਆਦਿਕ ਵਸਤੂਆਂ ਦਾ ਸੇਵਨ ਨਹੀਂ ਕਰਨਾ। ਸਤਿਗੁਰ ਚਰਨ ਪਰਸ ਕੇ ਅੰਦਰੋਂ ਨੀਤ ਨਾ ਰੱਖਿਓ ਖੋਟੀ ਖੋਟੇ ਖਰੇ ਰਿਆ ਬਣਾਈਆ। ਜਿਸ ਪ੍ਰਭੂ ਨੂੰ ਮਿਲਣਾ ਉਹ ਖਾਏ ਮਾਸ ਨਾ ਬੋਟੀ ਬੁੱਤ ਖਾਨਿਆ ਹੋਏ ਸਫਾਈਆ। ਪਰਮੇਸ਼ਰ ਦੇ 33 ਅਸੂਲਾਂ ਦੇ ਵਿੱਚੋਂ 7 ਅਸੂਲ ਪੜ੍ਹੇ ਨੇ। ਇਹਨਾਂ ਦੇ ਵਿੱਚ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮ ਤੇ ਚੱਲਣਾ ਚਾਹੀਏ ਸਾਨੂੰ ਇੱਕ ਵੀ ਅਸੂਲ ਇੱਕ ਕਦਮ ਅੱਗੇ ਚੱਲਣ ਨਹੀਂ। ਹਜੂਰ ਸ਼ਹਿਨशाह ਜੀ ਨੇ ਹੁਕਮ ਦਿੱਤਾ ਕਿ ਮੇਰਾ ਸਿੱਖ ਕਦੀ ਵੀ ਸੰਸਾਰੀ ਗੱਲਾਂ ਦੇ ਵਿੱਚ ਆ ਕੇ ਕਦੀ ਧੂਪ ਬੱਤੀ ਵੀ ਨਾ ਕਰੇ। ਗੁਰਸਿੱਖ ਦੇ ਅੰਦਰ ਉਸ ਨੂਰ ਦੀ ਰਸ਼ਨਾਈ ਹੋਣੀ ਚਾਹੀਦੀ ਹੈ। ਉਸ ਨੂਰ ਦੀ ਸੱਚੀ ਸੁਗੰਧੀ ਹੋਣੀ ਚਾਹੀਦੀ ਹੈ। ਉਸ ਨੂਰ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਨਾਲ ਸਾਡੀ ਅੰਤਰ ਆਤਮਾ ਦੇ ਵਿੱਚ ਸੱਚੀ ਰੁਸ਼ਨਾਈ ਹੋਵੇ ਤੇ ਬਾਹਰ ਦੇ ਕਿਸੇ ਦੀਵਿਆਂ ਦੀ ਜ਼ਰੂਰਤ ਹੈ। ਇਹ ਸਮਾਂ ਉਦੋਂ ਸੁਹੰਜਣਾ ਹੁੰਦਾ ਹੈ ਜਦੋਂ ਖੁਦ ਅਕਾਲ ਪੁਰਖ ਧਰਤੀ ਤੇ ਆ ਕੇ ਆਪਣੀ ਨਿਵੇਕਲੀ ਖੇਲ ਕਰਨ। ਕਿਉਂਕਿ ਪਰਮਾਤਮਾ ਦੀ ਖੇਲ ਤਾਂ ਕੋਈ ਵੀ ਸਾਨੀ ਨਹੀਂ ਹੋ ਸਕਦਾ। ਹਜੂਰ ਸ਼ਹਿਨशाह ਦਾ ਆਪਣਾ ਪਵਿੱਤਰ ਰਸਨਾ 'ਚ ਬਚਨ ਹੈ ਕਿ ਮੈਂ ਇਹ ਖੇਲ ਆਪਣੇ ਆਪ ਵਿੱਚ ਆਪ ਕੀਤੀ ਹੈ। ਜੇ ਮੇਰਾ ਕੋਈ ਭੇਤ ਪਾਉਣਾ ਚਾਹੇ ਤੇ ਮੇਰਾ ਭੇਤ ਕੋਈ ਪਾ ਸਕਦਾ ਨਹੀਂ। ਮੈਂ ਆਪਣੇ ਭੇਤ ਨੂੰ ਆਪਣਿਆਂ ਭਗਤਾਂ ਦੇ ਸੰਗ ਖੋਲਿਆ। ਬਾਕੀ ਮੈਂ ਸਾਰੀ ਸ੍ਰਿਸ਼ਟੀ ਨੂੰ ਇਸ ਬਾਰੇ ਅਣਜਾਣ ਹੀ ਰੱਖਿਆ ਕਿਉਂਕਿ ਮੈਂ ਬਿਨਾਂ ਲੈਣੇ ਦੇਣੇ ਤੋਂ ਕੋਈ ਗੱਲ ਕਰਦਾ ਹੀ ਪਰਮੇਸ਼ਵਰ ਦੇ ਦੁਆਰੇ ਤੇ ਨੀਵੇਂ ਹੋਣ ਦੀ ਜ਼ਰੂਰਤ ਹੈ। ਨੀਵੇਂ ਹੋਣ ਦੀ ਸਿੱਖ ਕੇ ਜਾਣੀ ਜਾਚ ਪਾਗ ਲੱਗੇ ਕਾਇਆ ਮਾਟੀ ਕਾਚ ਹਿਰਦੇ ਉਪਜੇ ਸਾਚੋ ਸਾਚ ਝੂਠ ਝੂਠ ਰਹਿਣ ਨਾ ਪਾਈਆ। ਅੰਤਰ ਆਤਮ ਇੱਕ ਵੈਰਾਗ ਕੂੜੀ ਤ੍ਰਿਸ਼ਨਾ ਹੋਵੇ ਤਿਆਗ। ਉਹ ਸੁੱਤੀ ਜਾਏ ਜਾਗ ਜਿਸ ਦਾ ਮਾਲਕ ਟੁੰਬ ਟੁੰਬ ਉਠਾਈਆ। ਪਰਮੇਸ਼ਵਰ ਸੁੱਤੀਆਂ ਆਤਮਾ ਨੂੰ ਆਪ ਜਗਾਉਂਦੇ ਨੇ ਕਿਉਂਕਿ ਪਰਮੇਸ਼ਵਰ ਦਾ ਫਰਮਾਨ ਹੈ ਪਹਿਲੋਂ ਮੰਨੀਏ ਉਹ ਇਮਾਮ ਜਿਸ ਦੀ ਆਮਦ ਨਜ਼ਰ ਕਿਸੇ ਨਾ ਆਈ ਆ। ਪਰਮੇਸ਼ਵਰ ਦੀ ਆਮਦ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਸੀ ਆਈ। 14ਵੀਂ ਸਦੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਖਾਸ਼ ਹੈ ਉਸਨੇ ਵੀ ਆਪਣੇ ਇਮਾਮ ਦੇ ਆਪਣੇ ਪਰਵਿਰਦਗਾਰ ਦੀ ਉਡੀਕ ਦੇ ਵਿੱਚ ਕਿੰਨੇ ਸਾਲ ਬਤਾ ਦਿੱਤੇ। 14ਵੀਂ ਸਦੀ ਨੇ ਵੀ ਆਪਣੇ ਅੰਦਰ ਇੱਕ ਤਵੱਕਾ ਰੱਖ ਕੇ ਬੈਠੀ ਸੀ ਕਿ हे ਪਰਮੇਸ਼ਰ ਕਦੀ ਸਮਾਂ ਸੁਹੰਜਣਾ ਆਵੇਗਾ
ਜਦੋਂ ਤੁਸੀਂ ਮੇਰੀ ਖਾਹਿਸ਼ ਨੂੰ ਪੂਰਾ ਕਰੋਗੇ। ਉਸ ਸਦੀ 14ਵੀਂ ਦੀ ਖਾਹਿਸ਼ ਨੂੰ ਪੂਰਾ ਕਰਨ ਵਾਸਤੇ ਪਰਮੇਸ਼ਵਰ ਨੇ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਕੀਤੀ। ਅੱਖਰਾਂ ਵਿੱਚ ਤੇਰਾ ਸੁਣਦੇ ਰਹੇ ਪੈਗਾਮ, ਮੇਰੇ ਅੱਖਰ ਨਾ ਕੋਈ ਸਮਝਾਈਆ। 994 ਚੌਕੜੀ ਯੁੱਗ, ਸਾਖਾਤ ਹੋ ਕੇ ਦਿੱਤੀ ਨਾ ਕਿਸੇ ਪਹਿਚਾਨ। ਪਰਮੇਸ਼ਵਰ ਨੇ 994 ਚੋਂ ਸਾਖਾਤ ਹੋ ਕੇ ਅੱਜ ਤੱਕ ਕਿਸੇ ਨੂੰ ਆਪਣੀ ਪਹਿਚਾਨ ਦਿੱਤੀ ਹੀ ਨਹੀਂ ਸੀ। ਕੀ ਬਣੇ ਰਹੇ? ਬੇਪਹਿਚਾਨ। ਆਪਣੀ ਪਹਿਚਾਨ ਸਾਖਾਤ ਹੋ ਕੇ ਕਿਸੇ ਨੂੰ ਦਿੱਤੀ ਹੀ ਨਹੀਂ ਸੀ। ਸਾਖਾਤ ਹੋ ਕੇ ਦਿੱਤੀ ਨਾ ਕਿਸੇ ਪਹਿਚਾਨ, ਸ਼ਬਦ ਇਸ਼ਾਰੇ ਨਾਲ ਕਰਦਾ ਰਹੋ ਜਣਾ। ਸਾਖਾਤ ਫੇਰ ਹੀ ਨਹੀਂ ਸੀ ਪਾਈ, ਸਾਰੀ ਗੱਲ ਕਿਤੇ ਸੀ ਸ਼ਬਦ ਦੀ ਜਣਾਈ ਦੇ ਨਾਲ। ਬੇਸ਼ੱਕ ਭਗਤ ਉਦਾਰਨਾ ਨਹੀਂ ਮੇਰਾ ਕੋਈ ਅਹਿਸਾਨ। ਹਜ਼ੂਰ ਸ਼ਹਿਨशाह ਜੀ ਫਰਮਾਉਂਦੇ ਨੇ ਕਿ ਭਗਤਾਂ ਨੂੰ ਉਦਾਰਨਾ ਮੇਰਾ ਕੋਈ ਅਹਿਸਾਨ ਨਹੀਂ ਆ। ਸੇਵਾ ਕਰਨੀ ਮੈਂ ਆਪਣੀ ਝੋਲੀ ਪਾਈਆ। ਜੁਗ ਚੌਕੜੀ ਕਰ ਪਹਿਚਾਨ, ਵੱਡੇ ਛੋਟੇ ਪਾਰ ਲਗਾਈਆ। ਮੈਂ ਤੁਹਾਡੀ ਪਹਿਚਾਨ ਕਰਕੇ, ਤੁਹਾਨੂੰ ਪਹਿਚਾਨ ਕੇ ਆਪਣੇ ਅਮੋਲਕ ਹੀਰਿਆਂ ਨੂੰ ਤੇ ਮੈਂ ਤੁਹਾਡਾ ਪਾਰ ਉਤਾਰਾ ਕਰ ਦਿੱਤਾ। ਜਿਨ੍ਹਾਂ ਨੂੰ ਮੇਰੇ ਉੱਤੇ ਮਾਣ। ਸਰਬਹਰ ਸੰਗਤ ਜੀ, ਅੱਜ ਪਰਮੇਸ਼ਵਰ ਨੇ ਕਿੰਨਾ ਸਮਾਂ ਸੁਹੰਜਣਾ ਕੀਤਾ। ਗੁਰਸਿੱਖ ਧੰਨਾ ਸਿੰਘ ਢਹਿ ਦੇਖ ਰਿਹਾ। ਸਾਰੀ ਸੰਗਤ ਦੀ ਇਕੱਤਰਤਾ ਹੈ। ਸਾਰੀ ਸੰਗਤ ਪ੍ਰਭੂ ਦਾ ਫਰਮਾਨ ਦਿੱਤਾ ਹੋਇਆ ਵੀ ਸੁਣ ਰਹੀ ਹੈ ਬੜੇ ਧਿਆਨ ਨਾਲ। ਪਰ ਪਰਮੇਸ਼ਵਰ ਨੇ ਕਿੰਨੀ ਵੱਡੀ ਗੱਲ ਕਹੀ। ਸਾਨੂੰ ਕਿਸ ਦੇ ਉੱਪਰ ਮਾਣ ਹੋਣਾ ਚਾਹੀਦਾ? ਪਰਮੇਸ਼ਵਰ ਤੇ। ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਤੇ ਮਾਣ ਹੋਣਾ ਨਹੀਂ ਚਾਹੀਦਾ, ਕਿਉਂਕਿ ਪਰਮੇਸ਼ਵਰ ਜਨਮ ਕਰ, ਪਰਮੇਸ਼ਵਰ ਸਾਨੂੰ ਪਾਰ ਉਤਾਰਾ ਕਰਦਾ। ਪਰਮੇਸ਼ਵਰ ਸਾਨੂੰ 84 ਵਿੱਚੋਂ ਕੱਢਣ ਵਾਲਾ ਪਰਮਾਤਮਾ ਹੈ। ਪਰਮੇਸ਼ਵਰ ਸਾਨੂੰ ਰੋਜ਼ੀ ਰੋਟੀ ਦਿੰਦਾ ਹੈ। ਪਰਮੇਸ਼ਵਰ ਸਾਨੂੰ ਭਗਤਾਂ ਦੀ ਸ਼੍ਰੇਣੀ ਦੇ ਵਿੱਚ ਬਿਠਾ ਦਿੱਤਾ, ਜਿੱਥੇ ਅੱਜ ਤੱਕ ਕੋਈ ਜਾਵੇ ਨਾ ਪਾਂਦੀ। ਪਰਮੇਸ਼ਵਰ ਨੇ ਭਗਤਾਂ ਦਾ ਦਰਜਾ ਦੇ ਕੇ ਸਾਨੂੰ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਆਪਣੀ ਗੋਦੀ ਦੇ ਵਿੱਚ ਚੁੱਕ ਲਿਆ। ਬਾਣੀ ਚ ਆਉਂਦਾ ਨਾ, ਜੇ ਬੱਚਾ ਬਾਪ ਦੀ ਗੋਦੀ ਬੈਠ ਜੇ ਤਾਂ ਉਹਨੂੰ ਫਿਰ ਕਿਸੇ ਚਾਚਿਆਂ ਦੀ ਜ਼ਰੂਰਤ ਨਹੀਂ। ਅਸੀਂ ਅਕਾਲ ਪੁਰਖ ਦੀ ਗੋਦੀ ਵਿੱਚ ਬੈਠੇ ਹਾਂ। ਕਿਹੜੀ ਗੋਦੀ ਵਿੱਚ? ਅਗੰਮੀ ਗੋਦੀ ਵਿੱਚ। ਅਗੰਮਤਾ ਦੀ ਗੋਦੀ ਹੁੰਦੀ ਕੀ ਹੈ? ਅਗੰਮਤਾ ਦੀ ਗੋਦੀ ਉਹ ਹੁੰਦੀ ਹੈ ਜਿੱਥੇ ਪਰਮਾਤਮਾ ਆਪਣਿਆਂ ਭਗਤਾਂ ਨੂੰ ਇੱਕ ਵਾਰ ਆਪਣੀ ਗੋਦ ਦੇ ਵਿੱਚ ਬਿਠਾ ਲੈਣ ਤੇ ਗੋਦ ਦੇ ਵਿੱਚੋਂ ਬਾਪ ਕਦੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦਿੰਦੇ ਨਹੀਂ। ਉਹ ਅਗੰਮਤਾ ਦੀ ਗੋਦੀ ਹੁੰਦੀ ਹੈ ਜੋ ਜੁਗਾਂ ਜਗੰਤਰਾਂ ਦਾ ਸਾਥ ਹੁੰਦਾ ਹੈ। ਉਸ ਦੇ ਵਿੱਚ ਕਦੀ ਵਿਛੋੜਾ ਹੁੰਦਾ ਹੀ ਨਹੀਂ। ਜਿਨ੍ਹਾਂ ਨੂੰ ਮੇਰੇ ਉੱਤੇ ਮਾਣ, ਮੈਂ ਉਹਨਾਂ ਦਾ ਪਿਤਾ ਮਾਈ। ਜਿਨ੍ਹਾਂ ਭਗਤਾਂ ਨੂੰ ਮੇਰੇ ਉੱਤੇ ਮਾਣ ਹੈ, ਮੈਂ ਉਹਨਾਂ ਦਾ ਪਿਤਾ ਮਾਈ ਹਾਂ। ਮੈਂ ਹੋਰ ਕਿਸੇ ਦਾ ਬਣਦਾ ਵੀ ਨਹੀਂ। ਸਾਰਾ ਸੰਸਾਰ ਚੱਲਦਾ ਹੈ। ਭਗਤੀ ਵੀ ਇੱਕ ਜਗ੍ਹਾ ਕਹਿ ਰਹੀ ਕਿ हे ਪਰਮੇਸ਼ਵਰ, ਸਾਰਾ ਸੰਸਾਰ ਭਗਤੀ ਭਗਤੀ ਕਹਿ ਰਿਹਾ ਹੈ। ਭਗਤੀ ਹੈ ਕੀ ਹੈ? ਪਰਮੇਸ਼ਵਰ ਨੇ ਫਰਮਾਨ ਕੀਤਾ ਕਿ ਮੈਂ ਆਪਣਿਆਂ ਭਗਤਾਂ ਨੂੰ ਆਪਣੇ ਵੱਲੋਂ ਜਾਗਰਤ ਰੱਖਦਾ। ਤੇ ਭਗਤੀ ਫਿਰ ਕਹਿੰਦੀ ਕਿ हे ਪਰਮੇਸ਼ਵਰ, ਜਿਹੜੇ ਤੇਰੇ ਭਗਤ ਨੇ ਉਹ ਤੇਰੇ ਵੱਲੋਂ ਜਾਗਦੇ ਹੋਣ ਤੇ ਸੰਸਾਰ ਵੱਲੋਂ ਸੁੱਤੇ ਹੋਣ, ਫਿਰ ਤੇਰੇ ਚਰਨਾਂ ਦੀ ਸਹੀ ਛੋਹ ਮਿਲਦੀ ਹੈ। ਸਾਰੇ ਕਹਿਣ ਪ੍ਰਭ ਦੱਸੇ ਅਗਲੀ ਸਾਖੀ, ਸਾਖਿਆਤ ਹੋ ਕੇ ਦਇਆ ਕਮਾਈਆ। ਜਿੰਨਾ ਚਿਰ ਪ੍ਰਭੂ ਸਾਖਾਤ ਨਹੀਂ, ਉਹਨਾਂ ਚਿਰ ਕੋਈ ਅਗਲਾ ਉਹਨਾਂ ਨੇ ਮਾਰਗ ਚਾਲੂ ਨਹੀਂ ਕੀਤਾ। ਸਾਰੇ ਕਹਿਣ ਪ੍ਰਭ ਦੱਸ ਅਗਲੀ ਸਾਖੀ, ਸਾਖਾਤ ਹੋ ਕੇ ਦਇਆ ਕਮਾਈਆ। ਤੂੰ ਤੁਰਦਾ ਕਮਲਾ ਪਾਤੀ, ਪਤ ਪਰਮੇਸ਼ਵਰ ਬੇਪਰਵਾਈਆ। ਤੇਰੀ ਮੰਜ਼ਲ ਔਖੀ ਕਾਟੀ, ਬਿਨ ਤੇਰੇ ਚੜਨ ਕੋਏ ਨਾ ਪਾਈਆ।
ਜਨ ਸੰਤਾਂ ਦੇ ਸਾਚੀ ਦਾਤੀ ਦਇਆਵਾਨ ਹੋ ਕੇ ਝੋਲੀ ਦੇ ਪਰਾਈਆ। ਜਿਨ੍ਹਾਂ ਮੰਨੀ ਤੇਰੀ ਆਖੀ, ਜਿਨ੍ਹਾਂ ਗੁਰਸਿੱਖਾਂ ਨੇ, ਜਿਨ੍ਹਾਂ ਭਗਤਾਂ ਨੇ ਆਪਣੇ ਪਰਮੇਸ਼ਵਰ ਦੀ ਆਖੀ ਮੰਨ ਲਈ, ਆਖਰ ਉਹਨਾਂ ਗੋਦ ਅਠਾਈ। ਜਿਨ੍ਹਾਂ ਮੰਨੀ ਤੇਰੀ ਆਖੀ, ਆਖਰ ਉਹਨਾਂ ਗੋਦ ਅਠਾਈ। ਮੈਂ ਉਹਨਾਂ ਨੂੰ ਗੋਦ ਉਠਾਇਆ, ਹੋਰ ਕਿਸੇ ਨੂੰ ਮੈਂ ਆਪਣੀ ਗੋਦ ਵਿੱਚ ਬਹਿਣ ਦਿੰਦਾ ਵੀ ਨਹੀਂ। ਮਾਲਕ ਹੋ ਕੇ ਕਰਨੀ ਰਾਖੀ, ਰੱਖਕ ਹੋ ਕੇ ਹੋਣਾ ਸਹਾਈਆ। ਮੈਂ ਮਾਲਕ ਹੋ ਕੇ ਆਪਣੇ ਭਗਤਾਂ ਦੀ ਰਾਖੀ ਕਰਨੀ ਤੇ ਰੱਖਕ ਹੋ ਕੇ ਮੈਂ ਉਹਨਾਂ ਦਾ ਸਹਾਈ ਹੋਣਾ। ਕਿਸ ਤਰ੍ਹਾਂ? ਜੇ ਖਹਿੜਾ ਛਡਾਉਣਾ ਕੋਲੋਂ ਬਾਣੀ, ਜੇ ਬਾਣੀ ਪੜ੍ਹਨ ਨੂੰ ਨਹੀਂ ਦਿਲ ਕਰਦਾ, ਤੁਸੀਂ ਬਾਣੀ ਕੋਲੋਂ ਖਹਿੜਾ ਛਡਾਉਣਾ ਕਿ ਪਰਮੇਸ਼ਰ ਸਾਡਾ ਨਹੀਂ ਦਿਲ ਕਰਦਾ ਬਾਣੀ ਪੜ੍ਹਨ। ਮਨ ਦੀ ਅਵਸਥਾ, ਕਿਸੇ ਵੇਲੇ ਬਾਣੀ ਪੜ੍ਹਨ ਨੂੰ ਦਿਲ ਕਰੂਗਾ, ਕਿਸੇ ਵੇਲੇ ਨਹੀਂ। ਕਿਉਂਕਿ ਜਿਹੜਾ ਸੱਚ ਹੁੰਦਾ, ਸੱਚ ਕਦੀ ਛੁਪਦਾ ਵੀ ਨਹੀਂ। ਤੇ ਪਰਮੇਸ਼ਰ ਆ, ਮਾਤ ਲੋਕ ਵਿੱਚ ਆਏ, ਸੱਚ ਦੀ ਖੇਲ ਕੀਤੀ, ਧਰਮ ਦੀ ਰੀਤੀ ਕੀਤੀ, ਧਰਮ ਦੀ ਨੀਤੀ ਕੀਤੀ, ਧਰਮ ਦੀ ਮਰਿਆਦਾ ਨੂੰ ਮੁਖਾਤਬ ਕੀਤਾ। ਤੇ ਧਰਮ ਕੀ ਹੈ ਸਾਡਾ? ਸਾਡਾ ਇੱਕੋ ਹੀ ਧਰਮ ਹੈ, ਆਤਮ ਪਰਮਾਤਮ, ਤੂੰ ਮੇਰਾ ਤੇ ਮੈਂ ਤੇਰਾ। ਇਸ ਤੋਂ ਉੱਪਰ ਜੇ ਖਹਿੜਾ ਛਡਾਉਣਾ ਕੋਲੋਂ ਬਾਣੀ, ਦਰਸ਼ਨ ਕਰਨੇ ਕਰਕੇ ਖੁਸ਼ੀ। ਜੇ ਬਾਣੀ ਪੜ੍ਹਨ ਨੂੰ ਨਹੀਂ ਦਿਲ ਕਰਦਾ ਤੇ ਕੋਈ ਗੱਲ ਨਹੀਂ, ਪਰਮੇਸ਼ਵਰ ਦਾ ਇੱਕ ਝਲਕ ਲਈ, ਇੱਕ ਛਿਣ ਪਰ ਲਈ ਵੀ ਦਰਸ਼ਨ ਕਰ ਲਓ ਤੇ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਹੈ। ਜੇ ਖਹਿੜਾ ਛਡਾਉਣਾ ਕੋਲੋਂ ਬਾਣੀ, ਦਰਸ਼ਨ ਕਰਕੇ ਖੁਸ਼ੀ ਮਨਾਈ ਆ। ਤੇ ਦਰਸ਼ਨ ਕਰਕੇ ਇੱਕੋ ਗੱਲ ਕਹਿ ਦੇਣੀ, ਪਰਮੇਸ਼ਰ ਤੂੰ ਮੇਰਾ ਤੇ ਮੈਂ ਤੇਰਾ। ਹੁਣ ਕਈਆਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਹੋ ਜਾਂਦੀ ਹੈ, ਕਿਉਂਕਿ ਪਰਮੇਸ਼ਵਰ ਦੀ ਸਟੇਜ ਤੇ ਖੜਿਆ ਟੀਕਾ ਟਿੱਪਣੀ ਕੋਈ ਸੋਭਾ ਨਹੀਂ। ਪਰਮੇਸ਼ਵਰ ਦੇ ਦਰ ਤੇ ਇੱਕ ਪੱਖ ਹੈ ਨਿਰਮਾਣਤਾ ਦਾ, ਨਿਮਾਣੇ ਹੋਣਾ, ਪਰਮੇਸ਼ਵਰ ਤੋਂ ਹਮੇਸ਼ਾ ਹੀ ਉਸ ਦੇ ਪੈਰ ਦੇ ਵਿੱਚ ਰਹਿਣਾ। ਕਿਉਂਕਿ ਜੇ ਅਸੀਂ ਇਹ ਗੱਲ ਆਪਣੇ ਮਨ 'ਚ ਸੋਚ ਲਈਏ ਕਿ ਜੇ ਅਸੀਂ ਇਸ ਜਗ੍ਹਾ ਤੇ ਚੱਲ ਜਾਈਏ, ਸਾਨੂੰ ਕਿਹੜਾ ਪਰਮੇਸ਼ਰ ਦੇਖਦਾ? ਮੈਂ ਸਭ ਕੁਝ ਜਾਣੀ ਜਾਣਦਾ, ਮੈਂ ਪੜਦਾ ਫੋਲਾ ਨਾ ਕਿਸੇ ਨਿਦਾਨ ਦਾ। ਮੈਂ ਕਿਸੇ ਦਾ ਪੜਦਾ ਨਹੀਂ ਫੋਲਦਾ, ਪਰ ਮੈਂ ਸਭ ਕੁਝ ਜਾਣੀ ਜਾਣਦਾ। ਪਰਮੇਸ਼ਵਰ ਦੇ ਦਰ ਤੋਂ ਬਗੈਰ ਕਿਸੇ ਨੂੰ ਕਿਸੇ ਜਗ੍ਹਾ ਤੋਂ ਭਿਖਿਆ ਨਹੀਂ ਮਿਲ ਸਕਦੀ। ਕਿਸੇ ਦੁਆਰੇ ਦੇ ਮੰਗਣ ਨਾ ਜਾਇਓ, ਕਿਸੇ ਦੁਆਰੇ ਤੇ, ਕਿਸੇ ਦੁਆਰੇ ਮੰਗਣ ਨਾ ਜਾਇਓ ਭੀਖ, ਬਿਨਾ ਪੁਰਖੇ ਅਕਾਲ ਤੋਂ ਦੇਵਨ ਹਾਰ ਨਾ ਕੋਏ। ਭਗਤ ਦੁਆਰੇ ਦਾ ਮਾਲਕ ਤੁਹਾਡੀ ਕਰੇਗਾ ਸੰਭਾਲ, ਸੰਭਲ ਬਹਿ ਕੇ ਆਪਣਾ ਹੁਕਮ ਵਰਤਾਏ। ਪਰਮੇਸ਼ਰ ਇਸ ਕਰਕੇ ਸਾਨੂੰ ਵੇਖਿਓ, ਪੰਡਤਾਂ ਨੂੰ ਹੱਥ ਖਾ ਕੇ ਕਰਿਓ ਨਾ ਗੰਦੇ। ਕਿਸੇ ਪੰਡਤ ਪਾਂਦੇ ਨੂੰ ਆਪਣੇ ਹੱਥ ਨਹੀਂ ਦਿਖਾਉਣੇ। ਜੀਵਨ ਕਿਸ ਦਾ ਦਿੱਤਾ ਹੈ? ਪਰਮੇਸ਼ਵਰ ਦਾ। ਜੀਵਨ ਤੇ ਹੱਕ ਕਿਸ ਦਾ ਹੈ? ਪਰਮਾਤਮਾ ਦਾ। ਸਾਡਾ ਕੀ ਹੈ ਸੰਸਾਰ 'ਚ? ਕੁਛ ਨਹੀਂ। ਜੇ ਸਾਨੂੰ ਅੱਜ ਸਵਾਸ ਆ ਰਹੇ ਨੇ ਤੇ ਉਹ ਵੀ ਅਕਾਲ ਪੁਰਖ ਦੇ ਦਿੱਤੇ ਨੇ। ਜੇ ਸਾਨੂੰ ਪੰਜ ਤੱਤ ਜੀਵ ਅਸੀਂ ਧਾਰਨੀ ਬਣੇ ਹਾਂ ਤਾਂ ਵੀ ਪਰਮੇਸ਼ਵਰ ਦੇ ਬਣਾਏ ਬਣੇ ਹਾਂ। ਇਸ ਕਰਕੇ ਸਰਬ ਹਰ ਸੰਗਤ ਜੀ, ਸੰਸਾਰੀ ਖਾਹਿਸ਼ਾਂ ਦੇ ਅਧੀਨ ਹੋ ਕੇ ਸਾਨੂੰ ਕਿਸੇ ਦੁਆਰੇ ਜਾਣ ਦੀ ਜ਼ਰੂਰਤ ਨਹੀਂ। ਜਿਨ੍ਹਾਂ ਦੇ ਦੀਵੇ ਇਸ ਦੁਆਰੇ ਆ ਨਾ ਅੰਦਰੋਂ ਜਗਣ, ਜਿਨ੍ਹਾਂ ਦੇ ਦੀਵੇ ਇਸ ਦੁਆਰੇ ਆ ਨਾ ਅੰਦਰੋਂ ਜਗਣ, ਉਹਨਾਂ ਦੀ ਬੁਝੀ ਜੋਤ ਫਿਰ ਨਾ ਕੋਈ ਜਗਾਈ। ਜੇਕਰ ਪਰਮਾਤਮਾ ਦੇ ਦੁਆਰੇ ਤੇ ਆ ਕੇ ਸਾਡੇ ਹਿਰਦੇ ਅੰਦਰੋਂ ਸੱਚ ਦਾ ਪ੍ਰਕਾਸ਼ ਨਾ ਹੋਇਆ ਤੇ ਕਿਸੇ ਹੋਰ ਦੁਆਰੇ ਵੀ ਜਾ ਕੇ ਹੋਣਾ ਨਹੀਂ। ਜਿਨ੍ਹਾਂ ਦੇ ਦੀਵੇ ਇਸ ਦੁਆਰੇ ਆ ਨਾ ਅੰਦਰੋਂ ਜਗਣ, ਉਹਨਾਂ ਦੀ ਬੁਝੀ ਜੋਤ ਫਿਰ ਨਾ ਕੋਈ ਜਗਾਈਆ।
ਰਸਨਾ ਜੇਵਾ ਨਾਲ ਸਤਿਗੁਰ ਕਦੇ ਨਾ ਜਾਵੇ ਸੱਦਣ। ਪਰਮੇਸ਼ਰ ਕਦੀ ਕਿਸੇ ਨੂੰ ਕਿਸ ਤਰ੍ਹਾਂ ਸੱਦਿਆ ਪਰਮੇਸ਼ਰ ਨੇ? ਕਦੇ ਨਾ ਜਾਵੇ ਸੱਦਣ, ਅੰਦਰੇ ਅੰਦਰ ਤਾਰ ਹਲਾਈਆ। ਪਰਮੇਸ਼ਵਰ ਨੇ ਹਰ ਗੁਰਸਿੱਖ ਦੀ ਅੰਦਰੇ ਅੰਦਰ ਤਾਰ ਹਿਲਾ ਦਿੱਤੀ ਕਿ ਆਓ ਗੁਰਸਿੱਖੋ, ਆਓ ਭਗਤੋ, ਮੈਂ ਪਰਮੇਸ਼ਵਰ ਹਾਂ, ਮੈਂ ਭਗਵਾਨ ਹਾਂ। ਭਗਵਾਨ ਹੋ ਗਏ ਤੁਹਾਨੂੰ ਮੈਂ ਲੱਭਦਾ ਫਿਰਦਾ ਸੀ। ਪ੍ਰਭ ਤਨ ਵਡਿਆਈ ਜਿਸ ਮੇਲੇ ਵਿਛੜੇ। ਪ੍ਰਭੂ ਤੇਰੀ ਵਡਿਆਈ ਤਨ ਹੈ ਜਿਨੇ ਵਿਛੜਿਆਂ ਨੂੰ ਮਿਲਦਾ ਜੁਗਾਂ ਜੁਗਾਂ ਦੇ। ਕੋਈ ਸਤਜੁਗ ਚ ਆਇਆ, ਕੋਈ ਤ੍ਰੇਤਾ ਚ ਆਇਆ, ਕੋਈ ਦੁਆਪਰ ਚ ਆਇਆ, ਕੋਈ ਕਲਯੁਗ ਚ ਆਇਆ। ਆਪਾਂ ਤਾਂ ਨਹੀਂ ਸੀ ਜਾਣਦੇ ਆਪਾਂ ਕਦੋਂ ਕਦੋਂ ਆਏ ਸੀ। ਪਰਮੇਸ਼ਵਰ ਨੂੰ ਪਤਾ ਸੀ। ਕਿਹਾ ਮੈਂ ਤੁਹਾਨੂੰ ਕਿਸ ਤਰ੍ਹਾਂ ਵਿਛੜਿਆਂ ਨੂੰ ਦੁਬਾਰਾ ਮਿਲਿਆ ਹੈ। ਪ੍ਰਭ ਤਨ ਵਡਿਆਈ ਜਿਸ ਮੇਲੇ ਵਿਛੜੇ, ਕਰੀ ਨਾਮ ਕੁੜਮਾਈਆ। ਗੁਰਸਿੱਖ ਗੁਰਮੁਖ ਜੋ ਰਾਹ ਪੈ ਗਏ ਬਿਖੜੇ, ਜੋ ਰਾਹ ਪੈ ਗਏ ਬਿਖੜੇ, ਸਾਚਾ ਮਾਰਗ ਦਿੱਤਾ ਸਮਝਾਈਆ। ਉਹ ਸੰਤ ਸਹੇਲੇ ਵੇਖੋ ਥੋੜੇ ਨਿਤਰੇ, ਜਿਨ੍ਹਾਂ ਨੂੰ ਮੈਂ ਸੱਚਾ ਮਾਰਗ ਦਿੱਤਾ ਉਹ ਗੁਰਸਿੱਖ ਕਿੰਨੇ ਆ? ਥੋੜੇ ਨਿਤਰੇ ਨੇ। 184 ਵਿੱਚੋਂ ਮੁੱਠੀ ਨਜ਼ਰੀ ਆਈ ਆ। ਭਗਤ ਤਾਰਨਾ ਨਹੀਂ ਐਸਾਨ, ਆਸਾਨੀ ਵਿੱਚ ਨਾ ਕੋਏ। ਮੈਂ ਆਸਾਨ ਨਹੀਂ ਕਿਸੇ ਤੇ ਕਰ ਰਿਹਾ ਕਿ ਮੈਂ ਭਗਤਾਂ ਨੂੰ ਮਾਤ ਰੂਪ ਵਿੱਚ ਤਾਰਨ ਆਇਆ ਹਾਂ। ਕਿਉਂ ਤਾਰਨ ਆਇਆ ਹਾਂ? ਲੋਕ ਮਾਤ। ਪਰਮਾਤਮਾ ਕਿਹਨਾਂ ਦਾ ਹੈ? ਭਗਤਾਂ ਦਾ। ਲੋਕ ਮਾਤ ਮੈਂ ਇਹਨਾਂ ਦਾ, ਇਹ ਮੇਰੇ ਮਹਿਮਾਨ। ਭਗਵਾਨ ਕਹਿੰਦਾ ਕਿ ਮੈਂ ਲੋਕ ਮਾਤ ਤੁਹਾਡਾ ਤੇ ਤੁਸੀਂ ਮੇਰੇ ਮਹਿਮਾਨ, ਜੋ ਖਾਤਰ ਕਰਨੀ ਮੇਰੇ ਹਿੱਸੇ ਆਈ ਆ। ਤੁਸੀਂ ਮੇਰੇ ਮਹਿਮਾਨ ਜੋ ਤੇ ਮੈਂ ਖਾਤਰ ਕਰਨੀ ਹੈ। ਮੈਂ ਮਾਲਕ ਇਹ ਅਣਜਾਣ, ਬਬਾਨ ਵਿੱਚ ਬਿਠਾਉਣਾ ਇਹੋ ਮੇਰੀ ਵਡਿਆਈ। ਰਾਏ ਧਰਮ ਚਿੱਤਰ ਗੁਪਤ ਸਾਰੇ ਸੀਸ ਨਵਾਨ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ। ਸਾਚੇ ਸੰਤ ਤੇਰੇ ਟੋਲੇ ਗਾਣ, ਇਹ ਗੁਰਮੁਖ ਮੇਰੇ ਹੀਰਿਆਂ ਦੀ ਖਾਣ। ਇਹ ਜੋ ਗੁਰਮੁਖ ਨੇ, ਪਰਮੇਸ਼ਰ ਕਹਿੰਦਾ ਕਿ ਤੁਸੀਂ ਮੇਰੇ ਹੀਰਿਆਂ ਦੀ ਖਾਣ ਜੋ। ਮੈਂ ਤੁਹਾਨੂੰ ਸੁੱਚੇ ਮੋਤੀ, ਸੁੱਚੇ ਨਗ ਬਣਾ ਕੇ ਆਪਣੇ ਪੰਚਮੁਖੀ ਤਾਜ ਦੇ ਉੱਪਰ ਲਗਾ ਲਿਆ। ਜੋ ਪੰਚਮੁਖੀ ਤਾਜ ਦੇ ਉੱਪਰ ਲਾਲ ਨਗ ਲੱਗੇ ਨੇ ਉਹ ਗੁਰਮੁਖ ਨੇ। ਹਰ ਬਾਣੀ ਅਨੁਸਾਰ ਕਿ ਮੈਂ ਤੁਹਾਨੂੰ ਆਪਣੇ ਸੀਸ ਦੇ ਉੱਪਰ ਪੰਚਮੁਖੀ ਤਾਜ ਸ਼ੋਭਿਤ ਕੀਤਾ। ਮੈਂ ਜੋ ਨਗ ਵਿੱਚ ਲੱਗੇ ਨੇ ਉਹ ਤੁਸੀਂ ਜੋ। ਗੁਰਮੁਖ ਮੇਰੇ ਹੀਰਿਆਂ ਦੀ ਖਾਣ, ਜਿਨ੍ਹਾਂ ਦੀ ਕੀਮਤ ਦੋ ਜਹਾਨ ਨਾ ਕੋਏ ਚੁਕਾਈਆ। ਤੁਹਾਡੀ ਕੀਮਤ ਹੀਰਿਆਂ ਦੀ ਦੋ ਜਹਾਨਾਂ ਦੇ ਵਿੱਚ ਕੋਈ ਚੁਕਾ ਨਹੀਂ ਸਕਦਾ। ਕਿਉਂ ਨਹੀਂ ਚੁਕਾ ਸਕਦਾ? ਤੁਹਾਡੇ ਲਈ ਮੈਂ ਨੀਹਾਂ ਹੇਠ ਰਖਾਇਆ ਆਪਣਾ ਪਿੰਡਾ। ਮੈਂ ਆਪਣੇ ਬੱਚਿਆਂ ਦੀ ਸ਼ਹਾਦਤ ਆਪ ਲੈ ਕੇ ਤੁਹਾਨੂੰ ਉਸ ਦਰ ਘਰ ਦੇ ਵਸਨੀਕ ਬਣਾਤਾ, ਹਰ ਭਗਤ ਦੁਆਰ ਦੇ, ਤੇ ਤੁਹਾਨੂੰ ਸੱਚੇ ਦੁਲਾਰੇ ਬਣਾਤਾ। ਜਿਸ ਭਗਤ ਦੁਆਰੇ ਜਿਸ ਮਾਤਾ ਦਾ ਲੱਗਾ ਖੂਨ, ਸ਼ਹਾਦਤ ਬੱਚਿਆਂ ਵਾਲੀ ਭਗਤਾਈ, ਉਸ ਦਾ ਨੁਕਤਾ ਸਮਝ ਨਾ ਸਕੇ ਕੋਈ ਨੂਰ। ਮਾਤਾ ਜੀ ਰਣਜੀਤ ਕੌਰ ਨੇ ਆਪਣੇ ਬੱਚਿਆਂ ਦੀ ਸ਼ਹਾਦਤ ਪ੍ਰਭੂ ਦੀ ਚੁਰਲੀ ਚ ਪਾ ਕੇ ਤੁਹਾਡੇ ਲਈ ਰਹਿਣ ਵਾਲਾ ਘਰ ਬਣਾ ਦਿੱਤਾ। ਰਾਏ ਧਰਮ ਚਿੱਤਰ ਗੁਪਤ ਸਾਰੇ ਸੀਸ ਨਵਾਨ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ। ਸਾਚੇ ਸੰਤ ਤੇਰੇ ਟੋਲੇ ਗਾਣ। ਪਰਮੇਸ਼ਵਰ ਨੇ ਕੀ ਕਿਹਾ ਕਿ ਸਾਰੇ ਹੀ ਕਿਸ ਤਰ੍ਹਾਂ ਪਰਮਾਤਮਾ ਦਾ ਟੋਲਾ ਗਾਉਂਦੇ ਨੇ। ਬਿਨ ਮੇਰੀ ਕਿਰਪਾ ਸਕੇ ਨਾ ਕੋਈ ਪਹਿਚਾਨ, ਪਛਤਾਪ ਕਰੇ ਲੁਕਾਈਆ। ਬੇਸ਼ੱਕ ਮੈਂ ਬਾਹਰੋਂ ਪੰਜ ਤੱਤ ਇਨਸਾਨ, ਅੰਦਰ ਮਾਲਕ ਖਲਕ ਖੁਦਾਈਆ। ਸੰਤੋ ਜੇ ਮਿਲ ਜਾਏ ਇਹੋ ਜਿਹਾ ਭਗਵਾਨ, ਜਿਸ ਭਗਵਾਨ ਨੇ ਤੁਹਾਡਾ ਆ ਕੇ ਪਾਰ ਅਤਾਰਾ ਕਰਤਾ, ਤੁਹਾਡੇ ਲੈਣੇ ਦੇਣੇ ਦੇ ਦਿੱਤੇ,
संतो जे मिल जाए इहो जिहा भगवान, जो चलद्या फिरद्या खांद्या पींद्या पार दे कराइया। बिन कीमतों सौदा देवे विचों दुकान। परमेश्वर ने कोई कीमत नहीं लई। जो व्यापारी दर ते मंगण आईया, जिहड़े परमेश्वर दे दर ते भिखारी बन के मंगते बन के आउंदे ने, उन्हां नूं परमेश्वर कहंदे कि मैं बिन कीमतों दान दे देना। भिखारी बनना ही कठिन है, मंगते बनना ही कठिन है। मंगते हो मंगण दी सिख लो जाच। परमेश्वर दे द्वारे ते मंगते बनना बड़ा कठिन है। परमेश्वर दे द्वारे ते सिख उदों मंगता बनता है ਜਦੋਂ परमेश्वर अपनी किरपा करके उस दी अंतर आत्मा दे अंदर आवाज़ दे के उस दे हिरदे नूं अपने चरनां दे विच चका लवे। उदों गुरसिख सच्चा भिखारी के रूप विच बनता है। बन भिखारी मंगो मंग, चरण प्रीति मंग मंगाइंदा। प्रभु दे द्वारे ते चरनां दी प्रीत दी मंग मंगी। खांद्या पींद्या पार करे, बिन कीमतों सौदा देवे विचों दुकान। जो व्यापारी दर ते मंगण आउंदे ने, जो व्यापारी दर ते मंगण आईया। ज्योति जो सुरकर आप अपनी किरपा कर, सोना खुशियां राग अलाही। फिर सोना खुशियां दा राग मैं अंतर आत्मा विच एक सच्ची जागृति दे देना। सर्वहर संगे जे अज असी सोचीए कि परमात्मा की है, परमात्मा नूं किस तरह पाया जा सकता सी, ये साडी सोच तो बाहर की गल सी। परमात्मा आया, अपने नूर का प्रकाश किया। हर बाणी के अर्थां विच ने कि वह परमेश्वर एक ऐसे रूप विच आवेगा, हर हिरदे विच अपना प्रकाश दे देगा। प्रकाश परमात्मा का तुसी अपनियां अखां नाल देखिया ते प्रकाश जे एक अजिहे रूप दे विच जिस गुरसिख नूं दिखाया, उसका आपा खत्म हो गया। उसका जीवन मात लोक विच परमेश्वर के चरनां का धारण बन के रह गया। क्योंकि परमेश्वर का नूर ही अजिहा है, इस प्रकाश नूं शायद ही कोटां लखां विचों कुछ नूं दिखाया होवे। जिस नूर नूं तुसी अपनियां अखां दे नाल देखिया, उस प्रकाश नूं देखिया। क्योंकि परमेश्वर का अपना मुखार बिन तो वचन है कि यही मेरा नूर, यही मेरा ज़हूर, मैं अपने आप विच सब कुछ हाँ। क्योंकि परमेश्वर दे नूर दी उस झलक नूं देखना कठिन सी। कोई भी गुरसिख परमेश्वर के चरनां तो ध्यान चुक के ऊपर नहीं सी खड़ सकदा। परमेश्वर के नूर नूं देखना एक अजिहे रूप दे विच ही कि जीव की सोच खत्म हो जाती सी। जीव दे कोल सोचण लई कुछ नहीं सी रह जाता। यही फर्क है। परमात्मा की निशानी मात लोक विच आउंदी। तेरा खून डलका मारे नौखंड पृथ्वी दे हिलाया। डलक मारी नौखंड पृथ्वी हिला के रख दी। क्योंकि नौखंड पृथ्वी इसे दी होवेगी काए नाथ। नौखंड पृथ्वी विच परमेश्वर का ही सारे संसार दे विच एक दिन नाम होवेगा कि नौ खंडा सत्तां दीपां दे विच परमेश्वर ने अपनी अजिही खेल की ते करनी है जिस दी खवाई सत्त रंग का निशान साहब दे रहे ने। नौ खंड दे रहे ने जिन्हां दा विहार 21 अस्सू नूं कीता गया। कुलाखंड हर जम के पुरख हर, जिन्हां दा वेरवा परमेश्वर ने बड़े विस्तार दे विच दिता सी। नौ खंड सत्तां दीपां दे विच परमेश्वर ने अपनी खेल की ते अगे इस फलवाड़ी नूं वधाउणा जिस नूं कोई रोक सकदा नहीं। तुहाडा बंस हुण अगे जाना वधदा। तुहाडा बंस हुण अगे जाना वधदा। जगत जहान ना कोई अटकाइया। तुहाडा प्यार तुहाडे विच
सजदा तुहाडा प्यार तुहाडे विच सजदा जो सजन नूरी अलाहिया तुहानू कर कर फिरे लभदा दूर दराडा पंद मुकाइया जानी भगतो तुसी प्रभु दे सच सिंहासन लिट दे जानी भगतो तुसी प्रभु दे सच सिंहासन लिट दे जिथे सूर्या चंद ना कोई रोशनाइया सूर्या चंद दी भी रोशनाई जिहड़ी आ वो तुहाडे तक उत्थों तक पहुँच सकदी नहीं सी। परमात्मा ने तुहानू एक इहो जिहे प्यार दे विच रख लिया तुहाडे झगड़े मिट गए पत्थर इट दे तुहाडे झगड़े मिट गए पत्थर इट दे आत्म परमात्म मिल के वजे वधाइया तुहाडे पत्थर इट्टां दे झगड़े मुकाते ते तुसी एक ओट रखनी अकाल पुरख दी। हजूर शहनशाह जी ने हर बाणी दे विच फरमान किया हुक्म दे दिता कि जो मेरा जयकारा है शब्दी सो हंग मारा शेर से विष्णु भगवान दी जय सो परमात्मा हंग आत्मा परमात्मा ते आत्मा आत्मा ते परमात्मा दी तार नू सो हंग दा रूप दे दिता तू मेरा ते मैं तेरा महाराज राजियां दा राजा शेर सिंह सारे संसार नू भै विच रखण वाली सम्राट ताकत विष्णु प्रतिपालक पालना करने वाला भगवान दी जय उस अकाल पुरख दी जय जो निर्गुण है निरंकार है ज्योत स्वरूप है शब्द दी तार है आदि जगत सत ते सच है उस परमात्मा दी सदा ही जय है। इको जयकारा दस इको जयकारा दस सोहंग महाराज शेर सिंह विष्णु भगवान चार युग दी भगती नालों मंजल परे दिती वखाइया चार युग दी भगती करनी ते पंज जयकारे लगाने मार्ग इको ही सौखा है पंजां जयकारियां नूं हजूर शहनशाह जी ने फरमानता कि तुसी पंज जयकारे बोलना उस दा इको होना नारा उस दा इको होना नारा तू मेरा मैं तेरा उस दा इको होना नारा तू मेरा मैं तेरा तू मेरा मैं तेरा रागी अलाहिया इको जयकारा जेड़ा कि सारी सृष्टि वास्ते एक दिन नूं ये प्रचलित होवेगा। सत रंग दा निशान साहब हर ग्रह दे विच चलेगा जिथे परमेश्वर ने अपने पवित्र चरनां दी शोध दिती भगतां दी मंग दे अनुसार पूर्वली दे ते धरती दी मंग दे अनुसार हर ग्रह दे विच सत रंग दा निशान साहब चलेगा। इस गल दी गवाही होवेगी कि परमेश्वर इस ग्रह दे विच आके अपने पवित्र चरनां दी शोध दिती। हजूर शहनशाह जी ने सर्व हर संगत नूं फरमान किया वेखियो गुरसिखो जेठूवाल हर भगत द्वार जाण वेले किसी ने छुट्टी नहीं मंगनी खुशी मंगनी छुट्टी नहीं कहना कि मारे सानू छुट्टियां दिओ ते हर भगत द्वार दी जान लग्या 9 वार तूड़ी भी ला के जानी अपने मस्तक नूं हर संगत ना मंगे छुट्टी छुट्टी नूं खुशी विच लो बदलाइया। ये लिखत वी हार्ड शहनशाही समत 1 दी है। बड़िया चिरां पिछों
तुहाडी गंढी टुटी बड़िया चिरा पिछों तुहाडी गंढी टुटी नाता तुरदा लिया बनाया तुहाडे प्रेम प्यार विच तुहाडी खा के रोटी सुकी सुकिया हरे रिया कराइया। परमेश्वर ने सुकी रोटी खा घर घर जाके प्रशादे दा गंढे दे नाल भोग लगाया। क्यों लाया? गौड़ होके घर घर भोग लगाया। सर्व हर संग एहो जिहा समा भी होया। हजूर शहनशाह जी दिल्ली तो आ रहे सी ते दिल्ली तो आउंदे आउंदियां कहंदे नाजर सिंह गड्डी रोपड़ वाल मोड़ लो। रोपड़ पहुंच गए। चलो गुरसिख दा नाम तो नहीं होण लवांगे। हजूर शहनशाह जी ने छोटा जिहा दरवाजा सी, मैं भी नाल सी उस वक्त, जाके आप कुंडा खड़काया। उस तो पहले एक छोटी जी दुकान आई रस्ते च। शहनशाह जी फरमान दिता वीर नाजर सिंह नूं कि 1.25 रुपए का प्रशाद लै लो। अज गुरसिख दे कोल प्रशाद लई भी पैसे नहीं, मैं उसके भंडारे भरने। सर्व हर संगत जी उसे पिंड चों ही प्रशाद लिया। जदों हजूर शहनशाह जी ने कुंडा खड़काया, गुरसिख ने दरवाजा खोलिया। हजूर शहनशाह जी के चरणों के विच टह पिया कि शहनशाह जी मैं तो तुहानूं घर बुला भी नहीं सी सकदा। कहंदे जे तू मूँहों नहीं सी बुला सकदा, तेरी आत्मा की आवाज़ सी, अज असीं आ गए। परमेश्वर तारनहारा आया ते तारिया ते जुगो जुग तारेगा। गुरसिखां नूं तारिया। सर्व हर संगत दरवाजे दे विच खड़े। उस तो थोड़ा छोटा जिहा कमरा सी। अंदर जाके 1-2 मिनट ली मंजे ते बैठ के ते प्रशाद गुरसिख दे नूं क्या पिया लै प्रशाद, जकारे लगाओ ते प्रशाद वंडो। ते उस वेले 3 या 4 मिनट विच उत्थों वापस आ गए। ये परमेश्वर की वडियाई है कि वो किस तरह कृपा करते हैं। परमेश्वर के घर दे विच कोई अमीर नहीं ते कोई गरीब नहीं। इहो जिहा परमेश्वर जुग चौकड़ी कदे नहीं आउंदा जो बिन सद्या पुछिया पार लंघाइया। सद्या पुछिया तो बिना पार लंघाए। अमीरी गरीबी नहीं देखी, किसी दे अवगण नहीं विचारे। परमेश्वर का तो एक है कि मैं तारनहारा आया हाँ। मैं जुगो जुग तारना ते तुहानू तारन वास्ते तार के तुहाडे नाल एक वायदा भी कर लिया कि मेरा सिख कदी कोई अपने आप नू गरीब ना कवे, क्योंकि मैं तो शहनशाह ने होके तुहाडे नाल अजिही पक्की गंढ पा ली है जिथे तुहानू मेरे चरणों तो बगैर कोई आसरा तकना नहीं चाहिए। सर्वहर परमेश्वर तारते तुरे जाते राहियां नूं तारता। पहली विदेश यात्रा समय हजूर शहनशाह जी हर जगह रुके। करतारपुर रुके, लुधियाना रुके। करतारपुर सर्वहर संगत पहुंची गुरसिख जसवंत सिंह दे नाल, लुधियाना गुरसिख निरंजन सिंह दे नाल। जिथे जिथे हजूर शहनशाह जी ने फरमान किया, सारी संगत सड़कों के ऊपर खड़ी हो गई कि परमेश्वर ने लंघना है। परमेश्वर ने अडीक दे विच खड़ी सी। एक गुरसिख ने हजूर शहनशाह जी कार दे बाहर खड़े सी। जदों प्रशाद भेटा किया ते कार की डिग्गी दे उपर प्रशाद वाला लिफाफा रख दिता। काली दे विच अगे चल पे। संगत भी जकारे ला के उत्थों ही पिछे चलेगी। ये गल हैगी है दुराहे की। वीर गुरसिख नछत्तर सिंह ते काफ़ी संगत है। सर्वहर संगत जी गड्डी अपनी स्पीड के नाल जा रही है। जदों हजूर शहनशाह जी ने अंबाले तो अगे जाके गड्डी रोकन का हुक्म दिता, प्रशाद का लिफाफा डिग्गी दे उपर पिया सी। प्रशाद 1 इंच भी इधर उधर लिफाफा नहीं होया। हजूर शहनशाह जी ने फरमान किया कि इस जगह ते आके हुण प्रशाद दे जकारे लाओ तो प्रशाद इत्थे वंडिया जाएगा।
ਸਰਬਹਰ ਸੰਗੀ ਜੀ। ਪਰਮੇਸ਼ਰ ਅੱਗੇ ਕੋਈ ਵੀ ਗੱਲ ਵੱਡੀ ਨਹੀਂ, ਸਾਡੀ ਸੋਚ ਛੋਟੀ ਹੈ ਤੇ ਪਰਮੇਸ਼ਰ ਫਿਰ ਵੀ ਬੇਪਰਵਾਹ, ਆਪਣੀ ਬੇਪਰਵਾਹੀ ਦੇ ਵਿੱਚ ਭਗਤਾਂ ਨੂੰ ਆ ਕੇ ਇਸੇ ਤਰ੍ਹਾਂ ਸਰਬਹਰ ਸੰਗੀ ਅਨੇਕਾਂ ਗੱਲਾਂ ਨੇ ਜਿਹੜੀਆਂ ਕਿ ਪਰਮੇਸ਼ਵਰ ਨੇ ਆਪਣੇ ਭਗਤਾਂ ਲਈ ਅਜਿਹੇ ਰੂਪ ਦੇ ਵਿੱਚ ਸਿੱਖਿਆ ਵੀ ਦਿੱਤੀਆਂ, ਹੁਕਮ ਦਿੱਤੇ, ਫਰਮਾਨ ਵੀ ਦਿੱਤੇ ਤੇ ਉਸ ਹੁਕਮ ਦੀ ਤਾਮੀਰ ਵੀ ਕਰਵਾ ਲਈ। ਇਹੀ ਪਰਮੇਸ਼ਵਰ ਦੀ ਵਡਿਆਈ ਹੈ ਕਿ ਪਰਮੇਸ਼ਵਰ ਆਪਣੇ ਹੁਕਮ ਦੀ ਤਾਮੀਰ ਆਪ ਕਰਵਾਉਂਦਾ। ਕਿਸੇ ਨੇ ਛੁੱਟੀ ਨਹੀਂ ਮੰਗਣੀ। ਤੁਹਾਡੀ ਖਾ ਕੇ ਰੋਟੀ ਸੁੱਕੀ ਸੁੱਕਿਆਂ ਹਰੇ ਰਿਆ ਕਰਾਇਆ, ਤੁਹਾਡੀ ਦਤਾਰ ਵਿੱਚੋਂ ਫੁੱਟੀ ਪਿਆਰ ਵਿੱਚੋਂ ਪਿਆਰ ਰਹੀ ਜੈਣ ਆਇਆ। ਤੁਹਾਡੀ ਤਾਰ ਪਰਮਾਤਮਾ ਨੇ ਆਪ। ਤੁਹਾਡੀ ਮਨ ਵਾਸ਼ ਨਾ ਹੋਵੇ ਸੁਚੀ, ਕੁੜੀ ਕਿਰਿਆ ਰੇ ਨਾਰਾਇਆ। ਸਤਿਗੁਰ ਨੂੰ ਮਿਲ ਕੇ ਅੰਦਰੋਂ ਰਹੇ ਕੋਈ ਨਾ ਦੁਖੀ, ਸਤਿਗੁਰ ਨੂੰ ਮਿਲ ਕੇ ਅੰਦਰੋਂ ਰਹੋ ਕੋਈ ਨਾ ਦੁਖੀ, ਦੁਖੀਆਂ ਦਾ ਦਰਦ ਦੇਣਾ ਗਵਾਈਆ। ਮੈਂ ਤੁਹਾਡਾ ਦੁੱਖ ਦਰਦ ਖਤਮ ਕਰ ਦੇਣਾ। ਸਰਬਹਰ ਸੰਗ ਜੀ ਲਿਖਤ ਬਹੁਤ ਲੰਬੀ ਹੈ। ਛੁੱਟੀ ਕੇ ਮੈਂ ਖੁਸ਼ੀ ਵਿੱਚ ਹੋਈ ਤਬਦੀਲ, ਤਬਾਦਲਾ ਦਿੱਤਾ ਕਰਾਇਆ। ਦਰਗਾਹ ਦਾ ਮਿਲ ਗਿਆ ਇੱਕ ਵਕੀਲ, ਬਿਨਾ ਵਕਾਲਤੋਂ ਲੇਖਾ ਰਿਆ ਚੁਕਾਇਆ। ਜਿਸ ਦੀ ਬਦਲੇ ਨਾ ਕੋਈ ਦਲੀਲ, ਦਲੀਲ ਆਪਣੀ ਨਾਲ ਮਿਲਾਇਆ। ਜਿਨ੍ਹਾਂ ਦਾ ਇੱਕੋ ਟਿਕਾਣਾ, ਜਿਨ੍ਹਾਂ ਦਾ ਇੱਕੋ ਟਿਕਾਣਾ, ਇੱਕੋ ਦਾਰ ਫਸੀਲ, ਰਾਜਧਾਨੀ ਨਾ ਕੋਈ ਪ੍ਰਗਟਾਇਆ। ਪ੍ਰੇਮ ਪਿਆਰ ਬਖਸ਼ ਕੇ ਸੱਚ ਤਮੀਜ਼, ਕੁੜੀ ਤਮਾ ਦੇ ਮੋਕਾਇਆ। ਜਾਣੇ ਭਗਤੋ ਤੁਸੀਂ ਕਿਸ ਰੂਪ ਦੇ ਵਿੱਚ ਹੋ ਪਰਮਾਤਮਾ ਦੇ ਘਰ? ਅੱਜ ਤੱਕ ਅਸੀਂ ਆਪਣਾ ਰੂਪ ਪਹਿਚਾਣ ਸਕੇ ਹੀ ਨਹੀਂ। ਜੇ ਬੇਪਹਿਚਾਣ ਨੇ ਸਾਨੂੰ ਆਪਣੀ ਪਹਿਚਾਣ ਦੇ ਦਿੱਤੀ ਆ ਕੇ, ਨਿਰਗੁਣ ਨਿਰੰਕਾਰ ਨੇ ਤੁਹਾਨੂੰ ਆਪਣੀ ਪਹਿਚਾਣ ਦੇ ਦਿੱਤੀ ਸਕਾਰ ਰੂਪ ਦੇ ਵਿੱਚ, ਸਾਖਾਤ ਰੂਪ ਦੇ ਵਿੱਚ, ਸਵੱਛ ਰੂਪ ਦੇ ਵਿੱਚ। ਜਾਣੇ ਭਗਤੋ ਤੁਸੀਂ ਬਾਲੇ ਨੱਡੇ ਨੰਨੇ ਬੱਚੇ ਮੇਰੇ ਅਜ਼ੀਜ਼, ਆਜ਼ਿਜ਼ ਬਣ ਸੀਸ ਨਵਾਇਆ। ਬਿਨ ਕੀਮਤੋਂ ਤੁਸਾਂ ਉਸ ਨੂੰ ਲਿਆ ਖਰੀਦ, ਬਿਨ ਕੀਮਤੋਂ ਤੁਸਾਂ ਉਸ ਨੂੰ ਲਿਆ ਖਰੀਦ, ਜਿਸ ਦੀ ਕੀਮਤ ਨਾ ਕੋਈ ਚੁਕਾਇਆ। ਮੈਂ ਖੁਸ਼ੀ ਹੋਵਾਂ ਕਰਕੇ ਤੁਹਾਡੀ ਦੀਦ, ਦੀਦਾ ਦਨਿਸਤਾ ਦਰਸ਼ਨ ਪਾ ਕੇ, ਭਗਤਾਂ ਆਪਣੇ ਵਿੱਚ ਮਲਾਇਆ। ਖੁਸ਼ੀ ਕਹਿ ਰਹੀ ਆ ਜੋਤੀ ਜੋਤ ਸਰੂਪੀ ਹਾਰ, ਆਪ ਆਪਣੀ ਕਿਰਪਾ ਕਰ, ਤੁਰਦਾ ਰੰਗ ਚੜਾਇਆ। ਸਰਬਹਰ ਸੰਗੀ ਲਿਖਤਾਂ ਤੇ ਬਹੁਤ ਨੇ, ਪਰ ਹਜੂਰ ਸ਼ਹਿਨशाह ਜੀ ਨੇ ਜਿਸ ਤਰ੍ਹਾਂ ਇਸ ਗ੍ਰਹਿ ਦੇ ਵਿੱਚ ਕਿਰਪਾ ਕੀਤੀ ਹੈ, ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਢੋਲਾ ਸਾਰੇ ਗਾਣ, ਪਾਰ ਬ੍ਰਹਮਰਾ ਮਿਲ ਕੇ ਖੁਸ਼ੀ ਵਧਾਈ। ਹਜੂਰ ਸ਼ਹਿਨशाह ਜੀ ਨੇ ਅੱਜ ਦੇ ਗ੍ਰਹਿ ਦੇ ਲਿਖ 26 ਭਾਦਰੋਂ ਸ਼ਹਿਨशाह ਸਮਝੋ ਧੰਨਾ ਸਿੰਘ ਦੇ ਗ੍ਰਹਿ ਪਿੰਡ ਢੈਪੇ ਜ਼ਿਲ੍ਹਾ ਲੁਧਿਆਣਾ, ਜਿਸ ਗ੍ਰਹਿ ਦੇ ਵਿੱਚ ਅੱਜ ਸਰਬਰ ਸੰਗਤ ਦੀ ਇਕੱਤਰਤਾ ਹੋਈ ਹੈ।
सत धर्म कहे प्रभ तेरे नाम दा मिले अगम्मी सिर। सत धर्म कहे प्रभ तेरे नाम दा मिले अगम्मी सिर। सिर खा बच्चे गुरमुख नजरी आया, मानवाश न जगत बुद्धि मिले तीर। धर्म द्वारा एकमकारा, इको देना वखाया। शरारे ना शरीयत वाली कोई जंजीर। शाह पातिशाह शैनी शाह, कूड़ कड़ियार लेखा देना मोकाइया। शरा परमेश्वर ला शरा ते भगत भी ला शरा। कदी किसी शरा दे विच परमेश्वर बज्जिया ही नहीं। सतयुग साची अपने नाम दी दस तदबीर। तरीका निकन निका, निका निका हो के देना दरड़ाइया। क्योंकि भगत कबीर जी ने परमेश्वर ने कहा कि मैं उन्हें किस मंजिल पे बिठा दिता, किथे बिठाया, उथे की देखा। तेरा जलवा बेनज़ीर, बिन अखा आखी उठाइया। लेखा रे ना गरीबी अमीर, लेखा रे ना गरीबी अमीर। अमरा पद इको देना वखाइया। झगड़ा चुके शाह कीरे, हुक्म अपना लेना मनाइया। दूर दराडे नजर आउना करीब, दूर दराडे नजर आउना करीब। पांदी हो के अपना पांद मुकाइया। तेरा नूर नराना जलवा तकिए अजीब। तेरा नूर नराना जलवा तकिए अजीब। जार ज़हूर होए रुशनाइया। कल जुग कूड़ कड़ियारे देता है तिल। सतयुग साचा राव खाइया। ज्योति ज्योत स्वरूपी हारी, आप अपनी कृपा कारी। एका देना साचा वारी, सतयुग साचा राव खाइया। सत धर्म कहे प्रभ तेरे अमृत दा मिले अगम्मी आब। हयाती जिंदगी दे बदलाइया। जन्म करम दा लेना देना मुका दे हसाब। पूरब लेखा रहना राइया। सच द्वारे करनी दस इकिया दाब। नमस्ते डंडावत बंदना इको दे जनाइया। तेरे हुक्म दी अगम्मी आवे आवाज। तेरे हुक्म दी अगम्मी आवे आवाज। तुन नाद करे शनवाइया। ज्योति ज्योत स्वरूप हर, आप अपनी कृपा कर। कल जुग कूड़ी किरिया, दुर्मत मैल तोड़ा दाग। पतत पनीत दिन दुनी देना बनाइया। सत धर्म के प्रभ इको चरण कवल सृष्टि चुके शीस।
ਸਤ ਧਰਮ ਕਹਿ ਰਿਹਾ ਕਿ हे ਪ੍ਰਭੂ ਸਾਰਿਆਂ ਦਾ ਸੀਸ ਤੇਰੇ ਚਰਨਾਂ ਦੇ ਵਿੱਚ ਚੁਕੇ। ਦੂਜੇ ਦਰ ਮੰਗਣ ਕੋਏ ਨਾ ਜਾਈਆ, ਆਤਮ ਪਰਮਾਤਮਾ ਆਤਮ ਪਰਮਾਤਮਾ ਟੋਲਾ ਹੋਵੇ ਗੀਤ। ਸ਼ਬਦੀ ਗੋਬਿੰਦ ਮਿਲ ਕੇ ਵਜੇ ਵਧਾਈਆ, ਤਾਮਿਆਨ ਡਿਠੜੇ ਹੋਵੇ ਪ੍ਰੀਤ। ਪ੍ਰੀਤਮ ਪਰਮ ਪੁਰਖ ਪਰਮਾਤਮਾ, ਆਤਮ ਜੋੜ ਲੈਣਾ ਜੜਾਈਆ। ਸਰਬ ਹਰ ਸੰਗ ਇੱਕੋ ਹੀ ਟੋਲਾ ਦੱਸਿਆ ਪਰਮੇਸ਼ਵਰ ਨੇ, ਤੁਸੀਂ ਮੇਰੇ ਤੇ ਮੈਂ ਤੁਹਾਡੇ। ਹਜੂਰ ਸ਼ਹਿਨशाह ने फरमान किया कि वेख्यो गुरमुख हो के कोई सौ के ना अपना वक्त गवा लियो। गुरमुख हो के कोई ना जायो सौ, अपनी अख खिलाइए, अपनी अखां खोलनिया, खास करके जदों परमेश्वर का विहार चले। गुरमुखो ये विहार सी उदों, गुरमुखो सारे खाओ एक एक लाची दाने मुख विच टकाई आ। किस करके? नाता टुटिया, ताई चाची भैन पाई ना कोई वडियाई। परमेश्वर ने एक अपने नाल सिखां दा नाता रख लिया। जेड़ा सतगुर करे राखी, उसे दी मनो रजाइया। तुहाडी लेखे लगे लियांदी पाती, पत्थर का सोभा पाइया। छब्बी पो दा विहार 994 चौकड़ी युग 26 पो दी ए फेर नहीं आउणी राती, रुतड़ी जगत ना कोई महकाइया। हजूर शहनशाह जी ने दो लैना ने लास्ट 26 पो दा विहार। जेड़े प्रभ दे भगत ने खड़ी करो बां उपर हथ उठाइया, भावें नाता टुट जाए पिता मां। हजूर शहनशाह जी ने की प्रमाण करता, जेड़े प्रभ दे भगत ने खड़ी करो बाह उपर हथ उठाइया, भावें नाता टुट जाए पिता मां। पुरख अकाल रखनी सच्ची सरनाइया। ना कोई सूर खायो ना गां, छुरी करदना कोई चलाइया। ज्योति जो स्वरूप पर आप अपनी कृपा कर, सद अपना रंग रंगाइया। परमेश्वर ने कहा कि तुसी जेड़े मेरे भगत जो अपनियां बावां खड़ियां करके ये गवाही भर दो कि असी तेरे ते तू साडा भगवान है। सर्व हर संग जी, इस दे नाल ही मैं परमेश्वर दे चरनां पासों खिमा मंगूंगी ते परमेश्वर दा मार्ग, परमार्थ दा मार्ग जेड़ा कि सत दी तार नूं दर्शाउंदा है। परमार्थ दा मार्ग एक अजिहा निकन तो निका है, इस ते एक एक कदम चलदियां भी साडे अंदर कोई सोच नहीं आ सकती कि असीं कदम कित्थे रख रहे हैं। परमेश्वर दा ये मार्ग इन्ना सहज है कि असी मंजिल दर मंजिल लंघते जाइए तां भी सानू कदी महसूस नहीं होता। बरीक भी है ते सहज भी है। जेकर प्रभु की कृपा है तो जीवन का हर मार्ग तुहाडे लिए सौखा हो जाता है। जेकर प्रभु की कृपा नहीं तो जीव के हाथ वस कुछ होता ही नहीं, क्योंकि प्रभु की कृपा, तेरी कृपा सब दे काज सवार दी, ए संगत भुखी तेरे दर्श दीदार दी। अज परमेश्वर की संगत अपने प्रभु के दर्शना की जरूरत है, क्योंकि दर्शन कहता दर्श कि मैं एहो जिहा रूप है मेरा कि गुरसिख किन्ना भी दर्शन कर ले, कदी गुरसिखन की वो खास अजिहे रूप में पूरी नहीं होती। गुरसिख के अंदर फिर एक अभिलाषा रह जाती कि प्रभु मेरा जी करता अठे पैर दिवस रहन, जदों मैं लोचां ते तेरा दर्शन ही लोचां। हर बाणी अनुसार सर्व हर संग जी प्रभु का जिन्ना चिर दर्शन ना करिए अखी कथा सुन के मन ना कोई परचा नहीं। दर्शन कर लो अखां वाले, तुसीं अपनियां अखियां दे नाल दर्शन कर लो, क्योंकि परमात्मा का दर्शन दुर्लभ है।
ਕਿਸੇ ਵੀ ਕੀਮਤ 'ਤੇ ਸਾਨੂੰ ਸੰਸਾਰ ਵਿੱਚ ਮਿਲ ਸਕਦਾ ਨਹੀਂ। ਪ੍ਰਭੂ 84 ਵਿੱਚੋਂ ਜੇ ਮਾਨਸ ਜਨਮ ਦੇ ਕੇ ਬਣਾਏ ਬੰਦਾ ਬੰਦਗੀ ਆਪਣੇ ਵਿੱਚ ਲਗਾਈ ਹੈ। ਜਿਹੜਾ ਤੈਨੂੰ ਭੁੱਲਿਆ ਉਹ ਕਰਮ ਕਾਂਡ ਦਾ ਗੰਦਾ ਗੰਦਗੀ ਵਿੱਚ ਆਪਣਾ ਆਪਰ ਲਾਈ। ਤੇਰੀ ਚਰਨ ਪ੍ਰੀਤੀ ਸਭ ਤੋਂ ਉੱਤਮ ਤੰਦਾ ਧਰਮ ਦੀ ਤਾਰ ਇੱਕ ਦਸਾਈ ਆ। ਪ੍ਰਭੂ ਦੇ ਚਰਨਾਂ ਦੀ ਪ੍ਰੀਤ ਮੰਗਣੀ, ਪ੍ਰਭੂ ਤੋਂ ਹਮੇਸ਼ਾ ਹੀ ਇੱਕ ਐਸੇ ਰੂਪ ਵਿੱਚ ਕਿਰਪਾ ਮੰਗਣੀ ਕਿ ਹੇ ਅਕਾਲ ਪੁਰਖ ਆਪਣੀ ਕਿਰਪਾ ਤੇ ਰਹਿਮਤ ਦੇ ਪਾਤਰ ਬਣਾ ਕੇ ਰੱਖਣਾ। ਜੀਵ ਜਿਹੜਾ ਨਿਮਾਣਾ ਹੈ ਪ੍ਰਭੂ ਦੇ ਦੁਆਰੇ ਤੇ, ਗੁਰਸਿੱਖ ਸਦਾ ਹੀ ਨਿਮਾਣਾ ਹੈ। ਗੁਰਸਿੱਖ ਦੀ ਅੰਤਰਾਤਮਾ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇੱਕੋ ਤੇਰੇ ਮਿਲਣ ਦੀ ਗਰਜ ਦੂਜੀ ਆਸ ਨਾ ਕੋਈ ਰਖਾਈ। ਜਨਮ ਲਿਆ ਤੋ ਦਰਦ ਕੀਆ ਲੈ ਕੇ ਜਾਏ ਸ਼ਾਬਾਸ਼ ਮੇਰਾ ਗਿਆ ਹੱਥ ਨਾ ਆਇਆ। ਇਸ ਦੇ ਨਾਲ ਮੈਂ ਪ੍ਰਭੂ ਦੇ ਚਰਨਾਂ ਪਰ सोहंग महाराज शेर सिंह विष्णु भगवान दीजे। सोहंग महाराज शेर सिंह विष्णु भगवान दीजे। सोहंग महाराज शेर सिंह विष्णु भगवान दीजे। सोहंग जी शेर सिंह विष्णु भगवान दीजे। सोहंग महाराज शेर सिंह विष्णु भगवान